KRP 1550 AM ਤੇ ਤੁਹਾਡਾ ਨਿੱਘਾ ਹਾਰਦਿਕ ਸਵਾਗਤ ਹੈ। मैं ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:11 ਹੋਏ ਨੇ। ਵੀਰਵਾਰ ਦਾ ਦਿਨ ਹੈ ਤੇ 10 ਦਸੰਬਰ ਹੈ ਤੇ ਵਰਾ 2020 ਦਾ 27 ਮੱਘਰ ਹੈ ਤੇ ਨਾਨਕ ਸ਼ੇ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸਭਾ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਰਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਇਸ ਤੋਂ ਖਬਰਾਂ ਸੁਣਾਉਣਾ ਤੁਹਾਨੂੰ ਤੇ ਖਬਰਾਂ ਦੇ ਨਾਲ ਨਾਲ ਤੁਸੀਂ ਵੀ ਸ਼ਾਮਲ ਹੋਣਾ। ਕਿਸਾਨੀ ਸੰਘਰਸ਼ ਦੀ ਗੱਲਬਾਤ ਕਰਾਂਗੇ ਤੇ ਪੱਤਰਕਾਰਤਾ ਕੀ ਕਹਿੰਦੀ ਹੈ ਸੰਘਰਸ਼ ਦੇ ਸਮੇਂ। ਜਿਨ੍ਹਾਂ ਨੇ 84 ਦਾ ਸਮਾਂ ਇੱਥੇ ਵੇਖਿਆ ਹੋਇਆ ਉਹਨਾਂ ਨੂੰ ਯਾਦ ਹੈ ਕਿ ਉਸ ਸਮੇਂ ਵੀ, ਹਾਲਾਂਕਿ ਰੇਡੀਓ ਤਾਂ 2000 ਚ ਆਇਆ, ਜਦ ਇੱਕ ਕਲਮ ਬਹੁਤ ਅੱਗ ਜਲੱਛਦੀ ਸੀ ਸਿੱਖਾਂ ਦੇ ਖਿਲਾਫ ਇੱਥੇ, ਪਰ ਬਣਿਆ ਕੱਖ ਨਾ। ਗਲਤੀਆਂ ਕਦੇ ਕੌਮ ਤੋਂ ਵੀ ਹੁੰਦੀਆਂ ਨੇ। ਦਾਵਾ ਕਰਕੇ, ਵਾਅਦਾ ਕਰਕੇ ਜਦ ਬੰਦਿਆਂ ਤੋਂ ਮੁੱਕਰ ਜਾਣਾ, ਅਗਲਾ ਤੇ ਬਾਗੀ ਹੋ ਜਾਂਦਾ। ਗਡਰੀਏ ਤੇ ਬੈਠ ਕੇ ਵੀ ਬੰਦਾ ਟਿਕਿਆ ਨਾ, ਪਰ ਕੌਮ ਫਿਰ ਪਹਿਰਾ ਨਹੀਂ ਦਿੰਦੀ ਤੇ ਜਿਨ੍ਹਾਂ ਨੇ ਖਿਲਾਫ ਲਿਖਿਆ, ਖਿਲਾਫ ਬੋਲਿਆ, ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ। ਜਦ ਵੀ ਦਿੱਤੀਆਂ, ਹੁਣ ਵੀ ਦਿੱਤੀ। ਸੋ ਇਸ ਤੇ ਗੱਲਬਾਤ ਤੇ ਕੁਝ ਖਬਰਾਂ ਤੇ 1:20 ਖਾਸ ਸੈਗਮੈਂਟ ਤੁਹਾਡੇ ਲਈ ਸ਼ੁਰੂ ਕਰਨੀ ਹੈ। ਮੈਂ ਸਿਹਤ ਦੇ ਬਾਰੇ ਅੱਗੇ ਵੀਰਵਾਰ ਨੂੰ ਵੀ ਗੱਲ ਕਰਦੇ ਹੁੰਦੇ ਸੀ। ਅੱਜ ਇੱਕ ਬਹੁਤ ਤਜਰਬੇਕਾਰ ਫੈਮਿਲੀ ਆਫ ਹੋਮਿਓਪੈਥ ਡਾਕਟਰਸ ਪਟਨਾਗਰ, ਦਿੱਲੀ ਬੇਸਡ ਹੋਮਿਓਪੈਥੀ ਦੇ ਡਾਕਟਰ ਨੇ, ਜਿਨ੍ਹਾਂ ਦਾ ਕਲੀਨਿਕ ਉੱਥੇ ਬਹੁਤ ਫੇਮਸ ਹੈ। ਫੇਮਸ ਇਹਦੇ ਕਰਕੇ ਨਹੀਂ ਉਹ ਹੋਮਿਓਪੈਥੀ ਦੀਆਂ ਦਵਾਈਆਂ ਦਿੰਦੇ, ਫੇਮਸ ਇਹਦੇ ਕਰਕੇ ਹੈ ਕਿ ਗਰੀਬ ਲੋਕਾਂ ਨੂੰ ਉਹ ਸਰਵ ਕਰਦੇ ਆ। ਜਿਨ੍ਹਾਂ ਕੋਲ ਘੱਟ ਪੈਸਾ ਹੈ ਉਹ ਵੀ, ਜਿਹੜੇ ਉੱਥੇ ਫੋਰਟਿਸ ਏਮਸ ਦੇ ਵਿੱਚ ਕਰੋਨਿਕ ਡਿਜ਼ੀਜ਼ ਦੇ ਨਾਲ ਮਰ ਰਹੇ ਲੋਕ, ਕੈਂਸਰ ਜੇ ਤੇ ਉਹ, ਤੇ ਉਹਨਾਂ ਗਰੀਬਾਂ ਦਾ ਕੁਛ 100 ਰੁਪਈਆਂ ਦੇ ਵਿੱਚ ਜਦ ਇਲਾਜ ਕਰਦੇ ਨੇ। ਉਹ ਪਰਿਵਾਰ ਇੱਥੇ ਹੁਣ ਮੂਵ ਹੋਇਆ। ਇੱਥੇ ਵੀ ਆ ਕੇ ਕਈ ਉਹਨਾਂ ਦੇ ਕੇਸ ਜਿਹੜੇ ਕਰੋਨਿਕ ਬਹੁਤ ਨਾਮਰਾਦ ਬਿਮਾਰੀਆਂ ਨਾਲ ਪੀੜਤ ਸੀ, ਕਈ ਬੰਦੇ ਠੀਕ ਕੀਤੇ। ਹੋਮਿਓਪੈਥੀ ਕੀ ਹੈ, ਹੋਮਿਓਪੈਥੀ ਚ ਇਲਾਜ ਕੀ ਨੇ, ਹੋਮਿਓਪੈਥੀ ਕਿਸ ਤਰ੍ਹਾਂ, ਹੋਮਿਓਪੈਥੀ ਦੀਆਂ ਦਵਾਈਆਂ ਜਿਹੜੀਆਂ, ਇਹ ਲਿਕੁਇਡ ਹੈ ਜਿਹੜਾ, ਇਹ ਦਵਾਈਆਂ ਦੇ ਨਾਂ ਨੇ ਜਿਹੜੇ, ਇਹ ਕੀ ਨੇ, ਕੀ ਹੋਮਿਓਪੈਥੀ ਆਯੁਰਵੇਦ ਦਾ ਹੀ ਸਾਰ ਹੈ, ਇਹ ਵੀ ਜਿਹੜੀਆਂ ਜੜੀਆਂ ਬੂਟੀਆਂ ਦਾ ਅਰਕ ਹੈ। ਬਹੁਤ ਚੀਜ਼ਾਂ ਨੇ ਜਿਨ੍ਹਾਂ ਦਾ ਨਾਂ ਹੀ ਟੇਢ ਹੈ, ਪਰ ਉਹ ਆਮ ਘਰਾਂ ਦੀਆਂ ਚੀਜ਼ਾਂ ਨੇ। ਤੇ ਇਸ ਦੇ ਬਾਰੇ ਡਾਕਟਰ ਪ੍ਰੰਸ਼ੂ ਪਟਨਾਗਰ ਨਾਲ ਮੈਂ ਗੱਲਬਾਤ ਕਰਾਂਗਾ 1:20 ਤੇ ਉਹਨਾਂ ਦੇ ਨਾਲ ਕਿ ਤੁਸੀਂ ਵੀ ਸੁਣਿਓ ਬਈ ਕੀ ਇੱਥੇ ਹੋਮਿਓਪੈਥੀ ਰੈਗੂਲੇਟ ਨਹੀਂ ਹੈ, ਹੋਮਿਓਪੈਥੀ ਨੂੰ ਕਵਰ ਨਹੀਂ ਕਰਦੇ ਇੱਥੇ, ਐਕਸਟੈਂਡਡ ਬੈਨੀਫਿਟਸ ਵੀ ਕਵਰ ਨਹੀਂ ਕਰਦੇ, ਪਰ ਹੋਮਿਓਪੈਥੀ ਦੀ ਪ੍ਰੈਕਟਿਸ ਲੋਕ ਬਹੁਤ ਕਰਦੇ ਆ। ਇਹ ਤੁਹਾਨੂੰ ਪਤਾ ਹੈ ਸਾਰਿਆਂ ਨੂੰ। ਵੱਡੇ ਜਿਹੜੇ ਕਲੀਨਿਕ ਖੁੱਲੇ ਹੋਏ ਨੇ, ਜਿਹੜੇ ਬਹੁਤ ਕਹਿੰਦੇ ਨੇ ਕਿ ਆਹ ਕਰ ਦਿਆਂਗੇ, ਆਹ ਕਰ ਦਿਆਂਗੇ। ਮਹਿੰਗੀ ਬਹੁਤ ਆ ਦਵਾਈ, ਕਿਉਂਕਿ ਦਵਾਈ ਆਉਂਦੀ ਇੱਥੇ ਮਹਿੰਗੀ ਆ ਜਰਮਨੀ ਤੋਂ, ਤੇ ਹੋਮਿਓਕੈਮ ਬਣਾਉਂਦੇ ਨੇ ਦਵਾਈਆਂ ਕੁਛ, ਤੇ ਮਿਲਦੀਆਂ ਵੀ ਨੇ ਸਰੀ ਚ ਦਵਾਈਆਂ। ਪਹਿਲਾਂ ਛੋਟੇ ਪੈਕ ਚ ਮਿਲਦੀਆਂ ਸੀ, ਹੁਣ ਵੱਡੇ ਪੈਕ ਚ ਮਿਲਦੀਆਂ ਨੇ। ਡਾਕਟਰ ਪੰਕਜ ਪਟਨਾਗਰ ਨੇ, ਉੱਥੇ ਬੜੇ ਮਸ਼ਹੂਰ ਨੇ ਦਿੱਲੀ ਦੇ ਵਿੱਚ, ਨਾਂ ਉਹਨਾਂ ਦਾ ਬੇਟਾ ਪ੍ਰੰਸ਼ੂ ਪਟਨਾਗਰ ਤੇ ਹੋਮਿਓਪੈਥੀ। ਇਹ ਗੱਲ 1:20 ਤੇ ਕਰਾਂਗਾ, ਤੁਸੀਂ ਸੁਣਿਓ। ਤੇ ਫਿਰ ਅਗਲੇ ਸੈਗਮੈਂਟ ਦੇ ਵਿੱਚ ਤੁਹਾਡੇ ਸਵਾਲ ਜਵਾਬ ਵੀ ਸ਼ੁਰੂ ਕਰਾਂਗਾ ਮੈਂ। ਕਈ ਸਕੂਲ ਆਫ ਥਾਟ ਨੇ। ਐਲੋਪੈਥੀ ਨੂੰ ਮੰਨਣ ਵਾਲੇ ਲੋਕਾਂ ਦੇ ਕੁਛ ਨਹੀਂ, ਇਹ ਕੱਖ ਨਹੀਂ ਹੈ। ਇਹ ਸਭ ਰੈਮਡੀਜ਼ ਨੇ। ਹੋਮਿਓਪੈਥ ਹੋ ਗਈ ਤੇ ਆਯੁਰਵੇਦ ਹੋ ਗਈ, ਯੂਨਾਨੀ ਹੋ ਗਈ, ਚਾਈਨੀਜ਼ ਟ੍ਰੈਡੀਸ਼ਨਲ, ਜੇ ਇਲਾਜ ਤੋਂ, ਬਿਮਾਰੀ ਤੋਂ ਪਹਿਲੀ ਗੱਲ। ਜਦ ਬਿਮਾਰੀ ਲੱਗ ਗਈ ਫਿਰ ਟੈਂਕਾ ਟੀਕਾ ਹੀ ਕੰਮ ਕਰਦਾ। ਇਸ ਤੇ ਗੱਲਬਾਤ ਹੋਏਗੀ। 604 144 247 1550 ਪਟਾ ਲਾਉਣਾ ਬੜਾ ਔਖਾ ਬਈ। 1844247155 ਔਨ 에ਅਰ ਨੰਬਰ ਰਹੇ। KRPRadio.com ਤੇ ਤੁਸੀਂ ਪ੍ਰਸਾਰਣ ਸਿੱਧਾ ਸੁਣ ਰਹੇ ਹੋ ਤੇ YouTube ਤੇ ਵੀ ਚੱਲ ਰਿਹਾ ਹੈ ਨਾਲ ਹੀ ਨਾਲ ਲਾਈਵ, ਜਿਹੜਾ ਡਿਵਿਡਾ ਜੋੜਿਆ ਹੋਇਆ ਪਵਨ ਜਵੰਦੇ ਦਾ ਐਪ ਵੀ ਤੁਹਾਡੇ ਕੋਲ ਹੈ ਤੇ ਜਿੱਥੇ ਮਰਜ਼ੀ ਸੁਣੋ। ਬਟਨ ਮਰੋੜ ਕੇ 1550 ਤੇ ਚੱਲ ਹੀ ਰਿਹਾ, ਦੇਖ ਲਓ।
वजह हुई पई है। तो 604 729 1224 ये मेरा जिहड़ा टैक्सट है ते थोड़े टैक्सट ते WhatsApp लिए नंबर है। कई बार तुहाडे नाल गल नहीं मेरे तो हुंदी, मजबूरी है, पर मैसेज कर दिया करो। जब गल नहीं हुई, मैसेज लिख नहीं हुंदा हुण तां WhatsApp दा बटन रिकॉर्ड वाला दब के उते भेज दिया करो, मैनूं सौखा जवाब देना। 6047291224 ARPRadio.com ते फेसबुक दा पेज हरजीत सिंह गिल दा जिथे तुसीं नाल नाल रहने। बापू वेखदा रही तू बैठ कंढे, आउण वाली चमकौर दी गड़ी भी पोह चढ़दे ही आपां ये वड्डे दिनां दी दास्तां शुरू करनी है। आनंदपुर साहब दा किला छड्डण तो लैके चमकौर साहब दी शहीदी तक 10 दिन चमकौर साहब ते फतेहगढ़ साहब दे 10 दिन आपां शुरू करने ने। ते गुरु पातशाह कृपा करे। संघर्ष उधरों चल रहा। देखदा बापू वेखदा रही तू बैठ कंढे किवें तरनगे जुझार अजीत तेरे, टुब्बी मार के सरसा दे रोड अंदर कंड लियावांगे सारे ही गीत तेरे। एवें ना आवाजार होया करो, जेड़े 5-4 टौंकर ने उन्होंने टौंकर लिया कर दो, चढ़दी कला च रहा करो। या तो सुनिया ना करो, या सुनते हो तो फिर मैनू दस्सिया ना करो प्लीज। बापू वेखदा रही तू बैठ कंढे, उन्हां दी ड्यूटी लगी हुई है। बापू वेखदा रही तू बैठ कंढे किवें तरनगे जुझार अजीत तेरे, टुब्बी मार के सरसा दे रोड अंदर कड लवांगे सारे ही गीत तेरे। सुनियो, इस कच्ची चमकौर दी गड़ी मूरे किला दिल्ली दा असीं चुका देंगे। झोरा करी ना किले आनंदपुर दा, कुल्ली कुल्ली नूं किला बना देंगे। जिहड़ा कहना दिल्ली घेरी है, दिल्ली घेरी हुई है रियल टाइम। यूट्यूब ते फेसबुक ते जाके वेखियो किवें घेरी हुई है 12-15 किलोमीटर। इत्थे कई गल्लां करदे ने दिल्ली आ करदी, दिल्ली नूं पुछो, दिल्ली च रहण वालिआं नूं पुछो। इस कच्ची चमकौर दी गड़ी मूरे किला दिल्ली दा असीं झुका देंगे। झोरा करी ना किले आनंदपुर दा, कुल्ली कुल्ली नूं किला बना देंगे। माछीवाड़े दे 70 दे गीत विचों असीं उठांगे चंडी दी वार बन के, जिन्हां सूला ने दिता सौण तैनूं छांग देंगे खंडे दी धार बन के। बापू सच्चे एक कौमी सरदार ताई पीर उच्च दा भी बनना पै सकदा, खून जिगर दे नाल तां जफरनामा तेरी कलम नूं भी घड़ना पै सकदा। जिन्हां कंध सरहंद दी तोड़नी है अजे तक वो साडे हथियार जिउंदे, गुੱਠਾ लाया नहीं जिन्हां बेदाविया ते सिंह अजे भी लख हजार जिउंदे। 5-7 दे पिछे तुसीं एवें अदरेमा कर लेना, किहड़ा पुछदा इत्थे। चढ़दी कला च रहा करो। अपने छोटिया पुत्तां दी वेल ताई जेकर अग ते चढ़े तां चढ़न देवी, साडी मड़ी ते उगे हुए घाह अंदर ठार ਸਿੰਘਾਂ दी बने तां बन दे। ऐ पर जबर अगे किदां सबर करिए, असीं इहो जी जहर नहीं पी सकते। नक मार के डंगर भी जीवन जिसनूं जिन्हां नूं वो जीवन वधिया लगदी है, असीं जून अजिही नहीं जी सकते, असीं जून अजिही नहीं जी सकते। गुलामी कहंदे ने जिन्हूं, ਜਿਹੜੇ ਕਹਿੰਦੇ ਨਾ ਮਸਾਂ ਭੱਜ ਕੇ ਆਏ, ਇਹਨਾਂ ਨੇ ਡੱਕਾ ਨਹੀਂ ਦੂਰਾ ਕੀਤਾ। ਗਦਾਰੀ ਉੱਥੇ ਕੀਤੀ ਤੇ ਗਦਾਰੀ ਇੱਥੇ ਕੀਤੀ। ਚਮਕੌਰ ਦੀ ਗੜੀ ਵਿੱਚ ਸਿੰਘਾਂ ਦਾ ਜੇਰਾ ਸੰਤਰਾ ਮਦਾਸੀ ਜੀ ਲਿਖਦੇ ਆ। ਇੱਕ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਨਾ ਗੱਲ ਚੱਲਦੀ ਅੱਜ ਕੱਲ ਕਿ ਜਿਹੜਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਖੀਸੇ ਚ ਆਨੰਦਪੁਰ ਸਾਹਿਬ ਦਾ ਮਤਾ ਰੱਖਦੇ ਸੀ, ਉਹੀ ਗੱਲਾਂ ਜਦ ਸੰਤ ਜੀ ਨੇ ਮੰਗੀਆਂ ਸੀ, ਹੁਣ ਇਹਦੇ ਚ ਵੀ ਇਹੀ ਨੇ। आनंदपुर साहब का मता पहला बरनाले ने 10-11 मीटिंगां करके 5-7 पेज का बनाया सी। फिर सरदार कपूर सिंह उन्होंने जिहड़ा लिखिया आनंदपुर साहब का मता, बेसिकली उही है जिहड़ा संत जरनैल सिंह जी कोल हुंदा सी। उहदे च 18 मते सी। उह च पहला मता सी, मैं तुहानूं थोड़ा जिहा दस्सां, पता भी होना चाहिए। कई बार असीं भीड़ दे विच तुरे जांदे आ, पर कई बार सानूं चीज़ां दा पता नहीं हुंदा। पहला मता, देश की आज़ादी विच सिखां ने 94% शहीदियां दित्तियां। इह गल नूं मुख रख के यूरोपी देशां अमरीका कनेडा वांग पंजाब स्टेट नूं खुद मुख्तियारी दित्ती जावे। जिवें इत्थे प्रीमियर ने मेयर है, मेयर दा झंडा अपना, देश दा झंडा अपना, सूबे दा अपना, सूबे वाला देश दा झंडा नाल लाउंदा, शहर वाला शहर दा लाउंदा, फिर सूबे दा लाउंदा, फिर देश दा लाउंदा। अपने अपने हक ने, कोई किसी नूं रौला नहीं, कोई किसी नूं तंगी नहीं। उत्थे सेंटर के कोल है जद GST लाई है, जी होने वाली जोड़ी ने जिहड़ा कुछ किया है, गुजरातियां ने दोनों ने, इन्होंने वो सत्यानाश किया उत्थे, खास तौर पर स्टेटां दा सारा कुछ ही लै गए।
सारा हुण GST सारी इन्हां कोल इन्हां दे पूल च जांदी है, फिर वो मोड़दे ने जिहनूं मोड़नी आ नहीं खराब करना, जिवें हुण अमरिंदर नूं खराब करना। एक नंबर। दूजा, पंजाब विचों लंघदे दरियावां नूं इंटरनेशनल कानून अनुसार पहलां पाणीआं ते कब्जे दा हक पंजाब नूं दित्ता जावे। रिपेरियन ला कोई गलत नहीं सी इहदे च। हिंदुआं दे 4 धार्मिक स्थान, उन्हां तो मीट शराब तंबाकू नहीं वरत सकदे, पवित्र शहर ऐलाने गए, जिवें हरिद्वार ते ऋषिकेश। इस तरह अमृतसर साहब नूं पवित्र शहर दा दर्जा दित्ता जावे। दसो इहदे च किहड़ी वखवाद दी कोई भी मंग सी? देश दी करंसी दे नोटां च बकरी वाले गांधी दी कल्ली फोटो लगी थी। 47 तो पहला फांसियां ते चढ़न वाले शहीदां दी फोटोआं क्यों ना लाई जाण? गांधी इन्ना चंगा सी, गॉडसा सिर ते क्यों चढ़िया? कर्नल साहब लियांदे सी ना, मैं जीवी सिंह होनी दस के गए भी क्रॉस एग्जाम गांधी उहदे अंग्रेजी दी किताब आ, निरा ही झूठ बोलिया। कोई उहदे नाल घटना नहीं अफ्रीका च होई, साउथ अफ्रीका च जिथे उहनूं लाया होवे ट्रेन चों, कुछ नहीं। हाँ, जिहड़ियां उहदियां बदफैलियां कीतियां होईयां वो जरूर छपियां भी वो की करदा रहा, किवें किवें की ओह जिहड़े पद्धर करदा रहा। महात्मा गांधी की फोटो लगी उह च सराबे दी क्यों नहीं लग सकती? बाबे भकने की क्यों नहीं लग सकती? भगत सिंह की क्यों नहीं लग सकती? वो नहीं कहते लाउणी। पंजाब च पैदा होने वाली कणक ते झोने का मुल पंजाब सरकार तहत करेगी। केंद्र सरकार अपनी मर्जी के भाव नहीं खरीद सकती, ਜਿਹੜੀ अपने ਤਾਂ जो केंद्र सरकार अपनी मनमर्जी के भाव ते ना खरीद सके। एक आ मंग सी, ये पंजवीं सी। हिंदुओं के 4 वड्डे धामां तो 4 वड्डे आकाशवाणी ट्रांसमीटर 24 घंटे चलदे। इस तरह अमृतसर साहब दे विच भी एक ट्रांसमीटर लाया जाए जिसका खर्चा बाहर दे सिख देणगे। सुब्रमण्यम की लेटेस्ट जिहड़ी इंटरव्यू है लखी दे नाल एक सुनने वाली है, एक जगह वो कहता अतवादी सी संत, नो बिल्कुल अतवादी सी। कहना खालिस्तान कहा बिल्कुल नहीं मंगया। वो कहते हाँ दओगे लै लांगे, पर आ मंगा जिहड़ियां आनंदपुर साहब का मता ने 18 इत्थे जिहड़ा अग गलाछदे ने ना जिहड़े बंदे, उन्हां नूं ना उन्हां दे घरां दे मूहरे आनंदपुर साहब दे मते चिपका के आओ लभ के भी आ पढ़ लै, फिर बोली ते फिर लिखी। 1947 तो पहला अंग्रेजां दे राज विच पंजाबी जो फांसी ते चढ़िया ਉਹਦੀ शहीदी वाले दिन ਉਹਦੇ इलाके विच फंड दिते जाण। लो जी, ये देश की आजादी वाली है। सरकारी तौर पर समारोह किए जान ताकि शहीद की शहीदी का मान इलाके च बरकरार हो। चंडीगढ़ के पंजाबी बोलते इलाके पंजाब नूं दिते जाण, जिहड़ा वादा किया होया सी। BA जां MA जां इस तो वध पढ़ाई करने वाले जिन्हां चिर नौकरी नहीं मिलती गुजारे जोगा भत्ता दिता जाए तां जो पंजाब विच लोकां विच पढ़ाई दा उत्साह वधे। च सिख नहीं लिखिया होया कला, ये हिंदू भी आ, सिख भी आ, मुसलमान भी आ। पानी भी उन्हां दी गल है। 47 तो पहला शहीद सिखां तो बिना हिंदू भी होए होणगे, मुसलमान भी होए होणगे। ते दरबार साहब नूं सारे मनदे आ, बाकी जिवें चारे धामां नूं हर पंजाब दा बशिंदा उत्थे जांदा। 11 नंबर, सिख गुरुआं दे खिलाफ बोलण वाले डेरियां नूं कदे भी केंद्र सरकार विच किसी तरह की आग्या ना दवे। बिल्कुल सही है। गुरु ग्रंथ साहब के सरूपां नूं अग्गां लाउण ते बेअदबी करन वालियां ते कतल दा मुकद्दमा चलाया जावे, क्योंकि असीं हाਜ਼ਰ नाਜ਼ਰ 11वां गुरु साहब नूं मनदे। पंजाब दे पिंडां ते शहरां विच गरीब दुकानदार जो बहुते हिंदू धर्म नाल संबंधित ने, उन्हां दी चूंगी ते टैक्स माफ कीता जावे। दसो हुण की कहोगे संत नूं? पंजाब तो बाहर दे देशां विच वसदे अमीर पंजाबियां नूं पंजाब च पैसा लवाउण लई उत्साहित कीता जावे ਅਤੇ ਪਹਿਲ ਦੇ ਆਧਾਰ ਤੇ ਸਹੂਲਤਾਂ ਤੇ ਸੁਰੱਖਿਆ ਦਿੱਤੀ ਜਾਵੇ। ਜਾਂ ਕੋਈ ਪ੍ਰਦੇਸੀ ਜਾਵੇ ਇੱਥੋਂ ਅੱਜ ਕਹਿ ਦੇਣ ਅੱਜ ਸਾਡੇ ਜਹਾਜ਼ ਅੰਮ੍ਰਿਤਸਰ ਉੱਤਰ ਲੱਗ ਜਾਣ ਤੇ ਸਾਡੀ NSA ਤੇ ਸਾਨੂੰ ਰਾਹ ਤੇ ਸਾਨੂੰ CBI ਤੰਗ ਨਾ ਕਰੇ, ਸ਼ੰਭੂ ਬਾਰਡਰ ਤੋਂ ਲੈ ਅੱਜ ਬਾਹਰ ਦੇ ਦੇਣ। ਜੇ ਜਿਹੜਾ ਇਹ ਕਰਜ਼ਾ ਕਰਦੇ ਜੇ ਕਰਜ਼ਾ ਸਾਲ ਚ ਨਾ ਲਾ ਦੇਣ ਸਿੱਖ ਤਾਂ ਕਹਿ ਦੇਣ ਅੱਜ ਕਹਿ ਕੇ ਸਾਡੇ ਨਾਲ ਵਾਅਦਾ ਕਰ। ਇਹਦੇ ਚ ਵੀ ਸੁਰੱਖਿਆ ਹੀ ਕਹੀ ਹੋਈ ਸੀ। हथियार बनाने के लाइसेंस सौखे किए जान। पिंड दे विच 20 लाइसेंस होंदे, सारा पिंड सेफ सी, कोई नहीं सी चोर वड़दा। जद एक बार गुरुद्वारे च बोलता वाहिगुरू जी की खालसा वाहिगुरू जी फतेह, चोर आ गए भाई, अगला कहना हो जा परले पासे नूं, रजाई मारदा भगा के उठे चढ़ के जद छड्डदा रात नूं दड़ूके पैंदे। चोर कित्थे लभदे सी? की सिੱਖੇ वसदे पिंडां च? सारे धर्म वसदे सी। पंजाब विच चंगी पढ़ाई वालियां लई ज्यादा वजीफे ते खेडां नूं उत्साहित करन लई वड्डे इनाम दित्ते जाण।
हथियार बनाने लई लाइसेंस सौखा किया जाए, अफीम और डोडे खाण वालों के लाइसेंस बनाए जाण ताकि पंजाब की नवी पनीरी इस तो बच सके। मतलब जिवें लीगलाइज ड्रग, जिवें इत्थे की तर्क दिता भी इलीगल मार्केट इधरों लेंदे ने जी उधरों लेंदे ने, खोल दो। हुण आउण वाले 10 वरियां च तुहाडी इन्हां ने डीक्रिमिनलाइज, पहला भी सुखे नूं भी डीक्रिमिनलाइज कीता सी, इहनूं भी डीक्रिमिनलाइज करनगे आम ड्रग नूं। वैनकूवर वाले मेयर ने कहता भी पुलिस फड़े ना, पुलिस दीयां ताकतां घटाईआं जाण, औरत नूं किसी भी दोष विच फड़े जाण तो पहला थाणिਆਂ ਵਿੱਚ नहीं रखा जा सकता। संत जरनैल ਸਿੰਘ खालसा पिंडरां वालिਆਂ ਦੇ ਕੋਲ आनंदपुर साहब ਦਾ ਮਤਾ ਹੁੰਦਾ। ਇਹਦੇ ਤਰਕ ਤੇ ਗੱਲ ਕਰਿਆ ਕਰੋ, ਜਦ ਤੁਹਾਨੂੰ ਕੋਈ ਛੰਡਦਾ ਨਾ ਆਹ ਗੱਲਾਂ ਕਿਹਾ ਕਰੋ, 10 ਮਿੱਤਰਾ ਕਿੱਥੇ ਕਿਹਾ, ਇਹਨੇ ਕਿਹਾ, ਕਦ ਕਿਹਾ, ਉਹਨਾਂ ਨੇ ਕਿਹਾ ਵੱਧ ਅਧਿਕਾਰ ਦੇ ਦਿਓ ਸਾਨੂੰ, ਸਾਡੇ ਨਾਲ ਵਾਅਦਾ ਕੀਤਾ ਤੁਸੀਂ 66 ਤੇ 47 ਚ ਕੀਤਾ, ਮੁੱਕਰ ਗਿਆ ਤੁਹਾਡਾ, जिन्ने सी सारे मुक्कर गए। तुसी गुजराती बाणीए सरदार पटेल ने सानू जराइम पेशा कौम क्या इत्थे बड़े पजामी वाले भीड़ी वाले कहंदे ने कित्थे सरदार कपूर सिंह दा जिहड़ा वो लिखिया होया सानू पेश करो, तुहानू पेश करिए, तुसी मालको साडे हैं, तुसी पजामी दे वाल ठीक करो अपनी दे, बाकी कौम ने की करना कौम नू पता है। तुसी अपनियां चबरीकियां बंद करो, जां तां तुसी खुल के सामने आओ भी असीं तुहाडे बराबर, तुहाडे नाल, तुहाडे विरोध च आं, फिर तां स्वाद है। रहना भी तुसी साडे च बन के भी साडे वर्गा रहना है, ते नाल ही साडीआं जड़ां तुसी मशकेल। सो वो सरदार कपूर सिंह होना चलो सिंबॉलिक कहता होवे, उन्होंने डीसी दे कोई गुप्त ऑर्डर आए होण, जां धर्मशाला डीसी सी वो जद उन्होंने आए, हो सकता है वो जस्टिफाई ना कर सके होण, ना पेपर विखा सके होण, ये गल मैं मनदा, पर कि सिखां नाल वधीकी 47 तो बाद उत्थे नहीं हुई। जे तुसीं कांग्रेसियां सीएमां दी गोदी च बह के खेले हो ना, तुहाडे ते पाण गुलामी दी चढ़ी हुई है, साडे ते नहीं चढ़ी हुई। सानू उत्थे जुल्म हुंदा असीं वेख्या, खास तौर ते जिहड़े 50 वाले ने ये तो सारा कुछ वेख के आए ने, असीं तो सारा कुछ उत्थे वेख के आए भी उत्थे की हुंदा है। हाँ हुण तुसीं किसी दे कहण ते थोड़ी टूटी कोई मोड़दा है, वो उहदे च तां कौम दा कोई नुकसान नहीं, कौम दा कोई उहदे च दोष नहीं। आहा जिहड़े मैं चाहुंदा कि जद कोई सिखां दा इकट्ठ हुंदा अगले साल, जद साडे नगर कीर्तन हुंदे ने, कोई गुरद्वारा साहब, कोई सभा सोसायटी आनंदपुर साहब के मत दियां कापियां करा के 2-2.5 लाख बंदा सदी जाऊ, उहदे हत्थ च फड़ाओ 2.5 लाख, घट्टो घट कहे भई आ जिहड़ा साडे कौम दे उस महान योधे ने आ मंगिया सी, दसी मैनू इह च की गलत है। वपारक संदेश जाण तो पहला कॉलर लै लवां, सरदार अवतार सिंह, लाइन नंबर 2। ਗਿੱਲ ਸਾਹਿਬ सत श्री अकाल जी। सत श्री अकाल डॉक्टर साहब। ਗਿੱਲ ਸਾਹਿਬ जे ਆਪਾਂ मूवमेंट ਨੂੰ ਦੇਖੀਏ, ਉਸ मूवमेंट ਦੇ ਵਿੱਚ ਹਿੰਦੂ ਵੀ ਆ, ਸਿੱਖ ਵੀ ਆ, ਸਾਰੇ ਹੀ ਆ, ਉਹਦੇ ਵਿੱਚ ਈਵਨ ਐਜ਼ ਏ ਪਰਸਨ ਸੰਤਾਂ ਦੀ ਜਿਹੜੀ ਐਕਸੈਪਟੇਬਿਲਿਟੀ ਆ ਉਹ ਵੱਧ ਰਹੀ ਆ, ਕਿਉਂਕਿ ਲੋਕਾਂ ਨੂੰ ਹੁਣ ਰਿਐਲਿਟੀ 'ਚ ਪਤਾ ਲੱਗਾ ਵੀ ਵਟ ਜਿਹੜਾ ਜੋ ਵੀ मूवमेंट ਸੀ ਵਟ ਵਾਸ ਦੈਟ ਆਲ ਅਬਾਊਟ ਹੈ ना, ਇਸ ਕਰਕੇ ਇਹ ਕਾਫੀ ਪੋਜ਼ਿਟਿਵ ਆ। ਈਵਨ ਉੱਥੇ ਕਈ ਤੁਸੀਂ ਹਰਿਆਣਵੀਆਂ ਤੋਂ ਵੀ ਸੁਣੇ ਹੋਣੇ ਨਾਰੇ ਵੀ ਜੇ ਇਹੋ ਆ ਮੈਂ ਵੀ ਅੱਤਵਾਦੀ ਆ, ਉਹ ਗਵਰਨਮੈਂਟ ਦੇ ਮੂੰਹ ਤੇ ਇੱਕ ਮਤਲਬ ਬੜਾ ਤਮਾਸ਼ਾ ਹੈ। ਬਾਕੀ ਗੱਲ ਤਾਂ ਜਿਹੜੀ ਸਾਰਿਆਂ ਤੋਂ ਮੈਂ ਤਾਂ ਫੋਨ ਕੀਤਾ, ਪਹਿਲਾਂ ਕਰਦਾ ਸੀ, ਹੁਣ ਇਸ ਵੇਲੇ ਸਰੀ ਦੇ ਵੀ ਕਈ ਰੇਡੀਓ ਜਿਹੜੇ ਉਹ ਫਾਰਮਰ ਪ੍ਰੋਟੈਸਟ ਦੇ ਅਗੇਂਸਟ ਬੋਲਣ ਲੱਗ ਪਏ ਆ। ਇਹ ਤੋਂ ਆਪਾਂ ਨੂੰ ਕੇਅਰਫੁਲ ਹੋਣ ਦੀ ਲੋੜ ਆ। ਜਿਹੜੇ ਰੇਡੀਓ ਬੋਲ ਰਹੇ ਆ ਇਸ ਵੇਲੇ ਫਾਰਮਰ ਪ੍ਰੋਟੈਸਟ ਦੇ ਅਗੇਂਸਟ, ਆਪਾਂ ਨੂੰ ਉਹਨਾਂ ਦੇ ਅਗੇਂਸਟ ਪ੍ਰੋਟੈਸਟ ਕਰਨਾ ਚਾਹੀਦਾ। ਮੈਂ ਸਾਰੇ ਹੀ ਜਿੰਨੇ ਤੁਹਾਡੇ ਸੁਣਨ ਵਾਲੇ ਉਹਨਾਂ ਸਾਰਿਆਂ ਨੂੰ ਕਹਿੰਦਾ ਵੀ ਜਿਹੜੇ ਰੇਡੀਓ ਕੋਈ ਵੀ ਫਾਰਮਰ ਪ੍ਰੋਟੈਸਟ ਦੇ ਅਗੇਂਸਟ ਬੋਲਦਾ, ਉਹਨਾਂ ਦੇ ਅਗੇਂਸਟ ਆਪਾਂ ਪ੍ਰੋਟੈਸਟ ਕਰਾਂਗੇ, ਕਿਉਂਕਿ ਅੱਜ ਵੀ ਕੱਲ 2 ਦਿਨਾਂ ਤੋਂ ਕਾਫੀ ਜ਼ਿਆਦਾ ਇੱਕ ਰੇਡੀਓ ਸਟੇਸ਼ਨ ਜਿਹੜਾ ਉਹ ਆਲਮੋਸਟ ਇਦਾਂ ਲੱਗਦਾ ਵੀ ਜਿੱਦਾਂ ਬੀਜੇਪੀ ਨੇ ਬਾਈ ਆਊਟ ਕਰ ਲਿਆ ਹੁੰਦਾ। ਆਪਾਂ ਸਾਰਿਆਂ ਨੂੰ ਇਹਦੇ ਉੱਤੇ ਇਕੱਠੇ ਹੋਣ ਦੀ ਲੋੜ ਹੈ ਜੀ। ਥੈਂਕ ਯੂ ਜੀ। ਧੰਨਵਾਦ ਜੀ। ਇਸ ਧਰਤ ਤੇ ਮੀਡੀਆ ਦੀ ਜਿਹੜੀ ਭੂਮਿਕਾ ਅਸੀਂ ਤਾਂ ਵੇਖਿਆ ਨਹੀਂ, 84 ਵਾਲੇ ਦੱਸ ਸਕਦੇ ਨੇ ਕਿ ਉਸ ਸਮੇਂ ਵੀ ਸੰਘਰਸ਼ ਦੇ ਵਿੱਚ ਇੱਕ ਬਦਨਾਮ ਪੱਤਰਕਾਰ ਨੇ ਦਿਨ ਰਾਤ ਨਿੱਜੀ ਜ਼ਿੰਦਗੀਆਂ ਦੇ ਵਿੱਚ ਲੋਕਾਂ ਦੇ
चिक्कड़ सिटिया पूरा पूरा। ते हालांकि उन्होंने निजी तौर पर मुश्किल भी आईयां पर वो नहीं हटिया। वो रूह जिहड़ी गडरिए दी हले गई थोड़ा इस जगह तो, इत्थे भी हले भी बसी हुई है। बाले नहीं सूत्रधार तो एक अद्धा ही है, वो गांह तो गांह कन्न च सीटियां मार के ना चेलियां बालकियां तो अपने तो काम करा लें। हुण ये तो सौखा काम है, हुण मैं अपने हिस्से के 10 कॉलर सैट कर लवां, फोन मेरे को 10 दे हैगे, मैं उन्होंने मैसेज भेज देना आ जाओ दसे, बारों बारी उन्होंने आ जाना, अपनी गल कह जानी, मैं चुप रहना, मैं मतलब घुग्गी बन जाना, कौम बदनाम कर देना। ये हुण किहनूं नहीं पता, सब नूं पता। ये हुण समा तो लंघ गया, वो भी 20 साल पहला सैलफोन नहीं सी, किसी कोल कोई पता नहीं सी। हुण तां एक ग्रुप बनाउणा, ग्रुप बना के उह च अपने सोच वाले बंदे फिट कर लेने ने, सोच वाले बंदे फिट करना, मैसेज भेजना आ जाओ बई कर लो फोन, वो 10-12 ने आके दाड़ 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 बोल जाना, थोड़ी गल चले जानी। तुसीं कल नूं थोड़े गुलामे नूं कोई हथ ना पावे, तुसीं कहना मैं की कर सकदा, मैं तां कहनी, क्योंकि जब सेक आउणा है, सेक तो भी बचना ना। गीदीपना जिहड़ा हुंदा है, जिन्हें सदा ही कौम की पिठ दे विच छुरे ही मारने ने, जिन्हां दा इखलाक ही हुण आ संघर्ष आ जिहड़ा किसानां दे संघर्ष दे खिलाफ भी तुसीं जे बुलाउने हो जां बोलदे हो, धिरग है तुहाडा कोई? पहला तां तुहानूं 47 तो डर लगदा जी, ये तां मारते जी, इन्हां ने हिंदू मारते जी, इन्हां ने मुसलमान ने तां जी आजाद ते जी, वो तां काला समझदे असीं भज के आ गए जी, ये हो गया वो हो गया, ये गल्लां तुसीं सुणदे हो। चलो हथियारबंद संघर्ष दे तुसीं खिलाफ सी, आ तां हुण पानी दियां बछाड़ां सिद्धे उन्हां ते अथरू गैस दे गोले, भुखे औखे सौखे वो दिल्ली पहुंच गए, ठंड चो मरदे ने, 12 बंदे शहीद हो चुके हैं, किसी नूं नमूनिया, किसी नूं तुसीं इन्हां दे भी खिलाफ बोलदे हो। इहदा मतलब ये है बई थोड़ी जिहड़ी तार है फिर कितों होर है। अच्छा, लोकां दा की, लोकां ने की कीता? लोकां ते भी मैनूं इस गल दा दुख है, जिहदे खिलाफ इस कौम दे बोलिया उस घर च तुसीं अहुदेदारियां दित्तियां, नहीं दित्तियां तो दस दो। पहले समय 84 तो लैके हुण तक, आ हुण दी गल है, 5 साल पहला धूते थानू लोग कहते रहे थोड़े जो मुश्क मारदा, ये भज के आ गए, भगौड़े आ गए, तुसीं अहुदेदारियां घर च दित्तियां उन्हां नूं। पहले च ਉਹਦੀ ਜਿਹੜੀ रूह उड्डी फिरदी है, ਉਹਦੇ घर च अहुदेदारियां दित्तियां, फिर कन्ने कानूं भोरदे हो अपने बई, जब सानू लामबंद अगले 10 बंदे लामबंद होकर थानू छठलाउंदे ने लोकां नूं 90% नूं, तुसीं 90% लामबंद होकर इलाज नहीं कोई कर सकदे। साडे कोल मेरे मोढे ते भंगियां दी तोप आ, जिहड़ा आउंदा मेरे आ हो गया, आ कर दे, मैं की कर दवां कल्ला बई। कौम जद इत्थों बैठी ਲੱਖਾਂ ही डॉलर दिल्ली भेज सकती है, पिंड दे बंदे पिंड साह सकदी है, तुहाडे तो जिहड़ा मीडिया अग गलछदा वो कंट्रोल नहीं तुहाडे तो हुंदा, किहने करना कंट्रोल? मतलब एक मेड़ा नहीं है यह। मैं ये किसी नूं इग्नाइट नहीं कर रहा, पर गल सच है, जिहड़ी चीज तुहानूं बॉदर करदी है उस चीज का इलाज तुसीं इत्थे कागज पत्तर दस्तखत कानून सब कुछ है तुहाडे कोल। तुसीं जिहड़े बंदे तुहाडे खिलाफ लिखदे आ बोलदे आ, ज्यादातर लोकां दे होणगे 10% उस सोच दे धारनी, 90% लोग अज किसानां दे संघर्ष लई तड़फ रहे हैं। एक हिंदू वीर दीपक शर्मा चनाथल सारा दिन उत्थे तुरिया फिरदा, तुसीं इत्थे सिर ते पगड़ मूंह ते दाड़ियां रख के शर्म नहीं आउंदी तुहानूं? तुहानूं तुसीं हर रोज भरावां दे खिलाफ बोलदे हो ते बुलवाउने हो। मेरे ख्याल किसी चीज का अंत होना चाहिए, अंत खुदा दे वैर की गल। ये जी बैशिंग है, जी प्लान करके बंदियां नूं सद के ते खुला टाइम दे के नित गालां कौम नूं कढाउणियां ने, इहनूं तुसीं रोक नहीं सकदे। तुहानूं पता नहीं वो बंदे बोलण वाले तुहाडी कम्यूनिटी च रहिंदे ने, कौन बंदे ने वो रिश्तेदार, किसी का दोस्त, किसी का काम करने वाले नूं पता नहीं आ फलाणे की बोली है, फलाणे जे किसी नाम भी बदलिया होवे। तो ये मेरे ख्याल जी चीज तुहानूं दुख दिंदी है, इत्थे सिस्टम है, इत्थे वकील ने, इत्थे कोर्टां ने, इत्थे दस्तखत ने, इत्थे सरकार है, इत्थे गुरुद्वारे ने, सभा सोसाइटियां ने, तुहानूं सिद्धियां प्रधानां नूं अगले गालां कढदे रहे, तुसीं बन के दमाले तुरे फिरदे हो, किहड़ी तुसीं झंडे च डंडा कट देना?
ਕੀ ਕਰ ਲੈਣਾ ਤੁਸੀਂ? ਕਿਹੜਾ ਤੁਸੀਂ ਦਰ ਘਰ ਦੇ ਵਿੱਚ ਤੁਸੀਂ ਜਾ ਕੇ ਕਾਮਯਾਬੀ ਲੈ ਲਓਗੇ ਜਾਂ ਤੁਹਾਨੂੰ ਬੰਦੇ ਨਿਤ ਸ਼ਰੇਆਮ ਨਾਂ ਲੈ ਕੇ ਤੁਹਾਡੀ ਬੇਇੱਜ਼ਤੀ ਕਰਦੇ ਰਹੇ? ਤਾਂ ਬੰਦਾ ਕੱਲਾ ਤਾਂ ਚੱਲ ਦੁਖੀ ਹੋ ਸਕਦਾ ਵੀ ਮੈਂ ਕੱਲਾ ਨਹੀਂ ਕਰ ਸਕਦਾ। ਤੁਹਾਡੇ ਕੋਲ ਇੱਕ ਸੰਸਥਾ ਦੇ ਤੁਸੀਂ ਪ੍ਰਧਾਨ ਹੋ, ਤੁਸੀਂ ਡੈਜ਼ਿਗਨੇਟਡ ਸਤਿਕਾਰਤ ਸੱਜਣ ਹੋ ਕਮੇਟੀ ਦੇ। ਦੁੱਖ ਦੀ ਗੱਲ ਇਹ ਹੈ ਇੱਥੇ ਲੀਹ ਇਹ ਪਈ ਹੈ ਜਿਹੜੀ ਲੀਹ ਭੰਨਣੀ ਔਖੀ ਆ। ਜਿਹਨੇ ਕੌਮ ਦੇ ਖਿਲਾਫ ਬੋਲਿਆ ਕੌਮ ਨੇ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀ, ਠੋਕ ਕੇ ਦਿੱਤੀ ਔਰ ਸਾਲਾਂ ਵਧੀ ਦਿੱਤੀ। ਅਗਲਾ ਕਹਿੰਦਾ ਸਵਾਦ ਦੀ ਗੱਲ ਆ, ਇਹਨਾਂ ਦੀਆਂ ਜੜ੍ਹਾਂ ਵੱਢੋ ਤੇ ਨਾਲੇ ਸਾਨੂੰ ਸਰਕਾਰੇ ਦੁਆਰੇ, ਨਾਲੇ ਉੱਥੇ ਰੈੱਡ ਕਾਰਪੇਟ, ਨਾਲੇ ਇੱਥੇ MLA ਤੇ MP ਬਣਾਂਗੇ, ਕਿਤੇ ਕੱਢੋ ਗਾਲਾਂ, ਕਢਾਓ ਗਾਲਾਂ। ਤੋ ਇਹ ਮੇਰੇ ਖਿਆਲ ਹਰ ਰੋਜ਼ ਦੀ ਗੱਲ ਪਿਛਲੇ 20 ਦਿਨਾਂ ਤੋਂ, 20 ਦਿਨਾਂ ਨਹੀਂ 3 ਮਹੀਨੇ ਇਹ ਚੱਲ ਰਹੀ ਆ। ਤੁਸੀਂ ਪੜ੍ਹ ਰਹੇ ਹੋ, ਤੁਸੀਂ ਸੁਣ ਰਹੇ ਹੋ, ਤੁਹਾਨੂੰ ਐਕਟ ਕਰਨਾ ਚਾਹੀਦਾ। ਜਿਹੜਾ ਤੁਹਾਨੂੰ ਲੱਗਦਾ ਵੀ ਗਲਤ ਗੱਲ ਕਰਦਾ ਬੰਦਾ, ਉਹਦੇ ਤੇ ਤੁਸੀਂ ਕੋਈ ਕਾਨੂੰਨੀ ਚਾਰਾ ਜੋਈ, ਕੋਈ ਉਹਨੂੰ ਪਰਸਨਲੀ, ਕੋਈ ਉਹਦਾ ਰਿਸ਼ਤੇਦਾਰ ਭੈਣ ਭਾਈ, ਉਹਦੇ ਨਾਲ ਅਪਰੋਚ ਕਰੋ। ਤੁਸੀਂ ਦੂਰੋਂ ਬੈਠ ਕੇ ਬੱਟ ਤੋਂ ਪਰਾਂ ਬਹਿ ਕੇ ਤੇ ਗਾਲਾਂ ਕੱਢ ਜਾ ਕੋਈ ਫਾਇਦਾ ਨਹੀਂ। ਜਿਨ੍ਹਾਂ ਨੇ ਉੱਥੇ ਵੀ ਗਦਾਰੀ ਕੀਤੀ ਨਾਲ ਦੇ ਯਾਰਾਂ ਦੋਸਤਾਂ ਨਾਲ, ਕਾਲਜਾਂ, ਸਟੂਡੈਂਟਾਂ ਦੇ, ਯੂਨੀਵਰਸਿਟੀਆਂ ਦੇ ਵਿੱਚ, ਉਹਨਾਂ ਦੇ ਖੂਨ 'ਚ ਗਦਾਰੀ ਆ, ਉਹ ਇੱਥੇ ਵੀ ਕਰਨਗੇ। ਭਗੌੜੇ ਨੇ ਉੱਥੋਂ ਉਹ। ਲੱਕੀ ਧਾਲੀਵਾਲ ਜੀ, ਲਾਈਨ ਨੰਬਰ 2। ਗਿੱਲ ਸਾਹਿਬ ਵੀਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਵੀਰ ਜੀ, ਵੈਸੇ ਇਹ ਕੋਈ ਗੱਲ ਨਵੀਂ ਨਹੀਂ ਹੈਗੀ। ਕੋਈ ਵੀ ਸੰਘਰਸ਼ ਚੱਲਦਾ ਵਿੱਚ ਗਦਾਰ ਜ਼ਰੂਰ ਉੱਠਦੇ ਹੁੰਦੇ ਆ, ਇਹ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਜਿੰਨਾ ਚਿਰ ਸਾਡੇ ਕੋਲੇ ਤੁਹਾਡੇ ਵਰਗੇ ਬੁਲਾਰੇ ਹੈਗੇ ਆ, ਮੂਹਰੇ ਉੱਠ ਕੇ ਤੁਰਨ ਵਾਲੇ ਹੈਗੇ ਆ, ਇਸ ਸੰਘਰਸ਼ ਨੂੰ ਕੋਈ ਫੇਲ ਨਹੀਂ ਕਰ ਸਕਦਾ ਜਿੰਨਾ ਮਰਜ਼ੀ ਜ਼ੋਰ ਲਾ ਲਵੇ। ਪਰ ਇੱਕ ਵੀਰ ਜੀ ਮੈਂ ਗੱਲ ਬੈਕ ਤੇ ਲੈ ਜਾਵਾਂ। ਜਿਸ ਮੌਕੇ ਸੰਤ ਭਿੰਡਰਾਂ ਵਾਲੇ ਸੀਗੇ ਉੱਥੇ ਹਰਿਮੰਦਰ ਸਾਹਿਬ ਦੇ ਵਿੱਚ, ਮੀਡੀਆ ਦੇ ਵਿੱਚ ਸਿਰਫ ਅਸੀਂ ਨਿੱਕੇ ਹੁੰਦੇ ਦੇਖਦੇ ਹੁੰਦੇ ਸੀਗੇ, ਸਿਰਫ ਉਹਨਾਂ ਦੇ ਹੱਥ 'ਚ ਸਿੰਘਾਂ ਦੇ ਗੰਨੇ ਦਿਖਾਈਆਂ ਜਾਂਦੀਆਂ ਸੀਗੀਆਂ ਤੇ ਉੱਥੇ ਇਹਨਾਂ ਅਸਲੀ ਗੱਲਾਂ ਉਹ ਨਹੀਂ ਸੀ ਮੂਹਰੇ ਲਿਆਈਆਂ ਜਾਂਦੀਆਂ ਕਿ ਜਿਸ ਤਰ੍ਹਾਂ ਕਿ ਹੁਣ ਲਿਆਂਦੀਆਂ ਜਾ ਰਹੀਆਂ ਵਾ ਵੀ ਅਸਲੀ ਮਤਲਬ ਕਿ ਸਿੱਖ ਮੰਗਦੇ ਕੀ ਆ, ਸੰਤ ਭਿੰਡਰਾਂ ਵਾਲਾ ਮੰਗਦਾ ਕੀ ਆ। ਸੰਤ ਭਿੰਡਰਾਂ ਵਾਲੇ ਵੀ ਕਿਸੇ ਨੂੰ ਉਹ ਕਿਵੇਂ ਮਤਲਬ ਕਿ ਹਿੰਦੂਆਂ ਦੀ ਵੀ ਰੱਖਿਆ ਕਰਦੇ ਆ, ਇਹੋ ਜਿਹੀਆਂ ਗੱਲਾਂ ਬਿਲਕੁਲ ਨਹੀਂ ਸੀ ਲਿਆਈਆਂ ਜਾਂਦੀਆਂ। ਸਿਰਫ ਸਿੰਘਾਂ ਦੇ ਹੱਥ ਗੰਨੇ ਦਿਖਾਈਆਂ ਜਾਂਦੀਆਂ ਸੀਗੀਆਂ ਕਿ ਜਿਹੜੀਆਂ ਆਪਣਾ ਮੇਨ ਸਟ੍ਰੀਮ ਦੇ ਉੱਤੇ ਦਿਖਾਉਂਦੇ ਸੀ, ਤੇ ਜਿਹੜੇ ਆਪਣੇ ਸਿੰਘ ਸਾਡੇ ਜਾਂ ਸਾਡੇ ਸੰਤ ਭਿੰਡਰਾਂ ਵਾਲੇ ਹੱਕ ਮੰਗਦੇ ਸੀ, ਉਹਨਾਂ ਬਾਰੇ ਬਿਲਕੁਲ ਕਿਸੇ ਨੂੰ ਜਾਣਕਾਰੀ ਨਹੀਂ ਸੀ ਕਰਵਾਇਆ ਜਾਂਦਾ। ਪਰ ਦੂਸਰੇ ਪਾਸੇ ਵੀਰ ਜੀ ਹੁਣ ਜਿਹੜਾ ਮਰਜ਼ੀ ਮੀਡੀਆ ਉੱਠ ਖੜੇ, ਜਿਹੜਾ ਮਰਜ਼ੀ ਸਟੇਸ਼ਨ ਉੱਠ ਖੜੇ, ਉਹ ਅੱਗੇ ਵਾਲੀਆਂ ਗੱਲਾਂ ਹੈ ਨਹੀਂ ਗੀਆਂ। ਹੁਣ ਦੁੱਧ ਦਾ ਦੁੱਧ, ਪਾਣੀ ਦਾ ਪਾਣੀ 1 ਮਿੰਟ ਵਿੱਚ ਹੋ ਜਾਂਦਾ, ਤੇ ਸਾਹਮਣੇ ਆ ਜਾਂਦੇ ਸਾਰੀ ਗੱਲਬਾਤ। ਪਰ ਇੱਕ ਚੀਜ਼ ਹੁਣ ਜਿਸ ਤਰ੍ਹਾਂ ਹੁਣ ਤੁਸੀਂ ਆਪ ਸਿਆਣੇ ਹੋ, ਹੋਰ ਵੀ ਜਿਹੜੇ ਸਾਡੇ ਸੁਣਦੇ ਆ ਸਾਡੇ ਨੂੰ ਸਾਰੇ ਸਿਆਣੇ ਆ, ਕੋਈ ਇੱਥੇ ਐਸੀ ਕੋਈ ਗੁਰਦੁਆਰਾ ਸਾਹਿਬਾਨ ਵਾਲੇ ਪ੍ਰਧਾਨ ਇਕੱਠੇ ਹੋ ਕੇ ਕੋਈ ਕਮੇਟੀ ਬਣਾਉਣ ਕਿ ਜਿਹੜਾ ਸਟੇਸ਼ਨ ਵਾਲਾ ਕੋਈ ਵੀ ਇਨਸਾਨ ਉੱਠ ਕੇ ਸਿੰਘਾਂ ਦੇ ਨਹੀਂ, ਮੈਂ ਕਿਸਾਨਾਂ ਦੇ ਕਹਿ ਸਕਦਾ, ਇਹਨਾਂ ਦੇ ਸੰਘਰਸ਼ ਦੀ ਖਾਤਰ ਕੋਈ ਗਲਤ ਇਨਫੋਰਮੇਸ਼ਨ ਦਿੰਦਾ, ਕੋਈ ਗਲਤ ਪ੍ਰਚਾਰ ਕਰਦਾ, ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਸ ਸਟੇਸ਼ਨ ਦੇ ਮਾਲਕ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਜਾਵੇ। ਕਿਉਂਕਿ ਏਦਾਂ ਦਾ ਵੀਰ ਜੀ ਹੁਣ ਇੰਨਾ ਉਹਨਾਂ ਵਿਚਾਰਿਆਂ ਨੇ, ਕਿਸਾਨਾਂ ਨੇ ਇੱਥੋਂ ਤੱਕ ਇਹ ਲੈ ਕੇ ਗਏ ਆ ਅੰਦੋਲਨ। ਇਸ ਤਰ੍ਹਾਂ ਦਾ ਹਰੇਕ ਹੀ ਨੱਥੂ ਖਰਾ ਉੱਠ ਕੇ ਬੋਲ ਪਊਗਾ। ਪਰ ਇਹਨਾਂ ਚੀਜ਼ਾਂ ਦੇ ਉੱਤੇ ਜਿਸ ਤਰ੍ਹਾਂ ਤੁਸੀਂ ਪਹਿਰਾ ਦੇ ਰਹੇ ਹੋ, ਜਿਹੜੇ ਅਸੀਂ ਸਾਡੇ ਸੁਣਨ ਵਾਲੇ ਸਾਡੇ ਸਾਰੇ ਭੈਣ ਭਰਾ, ਸਾਡਾ ਵੀ ਹੱਕ ਬਣਦਾ, ਅਸੀਂ ਆਪੋ ਆਪਣੇ ਥਾਂ ਦੇ ਉੱਤੇ ਅਸੀਂ ਉਹਨਾਂ ਕਿਸਾਨਾਂ ਦੇ ਨਾਲ ਮਤਲਬ ਕਿ ਮੋਢੇ ਨਾਲ ਮੋਢਾ ਲਾ ਕੇ ਖੜ ਕੇ ਜਿਹੜਾ ਵੀ ਉਹਨਾਂ ਦੀ ਖਾਤਰ ਇੱਥੇ ਕੋਈ ਜਾਂ ਹੋਰ ਕੋਈ ਵੀ ਆਸਿਓਂ ਪਾਸਿਓਂ ਕੋਈ ਮਤਲਬ ਕਿ ਵੱਧ ਘੱਟ ਗੱਲ ਕਰਨ ਦੀ ਟਰਾਈ ਕਰਦਾ, ਸਾਡਾ ਹੱਕ ਬਣਦਾ ਸੀ ਉਹਨਾਂ ਦੇ ਪਹਿਰਾ ਦੇਗੇ। ਤੇ ਜਿਹੜੇ ਵਿਚਾਰੇ ਠੰਡ ਦੇ ਵਿੱਚ ਹੁਣ ਮਤਲਬ ਕਿ ਵੀ ਅਸੀਂ ਟਰਾਲੀਆਂ ਥੱਲੇ ਜਾਂ ਟਰਾਲੀਆਂ ਦੇ ਵਿੱਚ ਆਉਂਦੇ ਆ, ਉਹਨਾਂ ਦੇ ਇੱਕ ਦਿਨ ਅਸੀਂ ਰਾਤ ਨੂੰ ਅੱਧਾ ਘੰਟਾ ਬਿਨਾਂ ਜੈਕਟ ਤੋਂ ਬਾਹਰ ਖੜ ਕੇ ਦੇਖ ਲਈਏ ਕਿ ਵੀ ਜਿਹੜਾ ਸਾਨੂੰ ਇਹ ਠੰਡ ਲੱਗ ਰਹੀ ਆ ਇਹ ਉਹਨਾਂ ਨੂੰ ਵੀ ਲੱਗ ਰਹੀ ਆ। ਤੇ ਬਾਕੀ ਵੀਰ ਜੀ ਮੈਂ ਇਹੀ ਕਹਿ ਸਕਦਾ ਕਿ ਹੁਣ ਅੱਗੇ ਵਾਲਾ ਵੀਡੀਓ ਨਹੀਂ ਹੈਗਾ, ਹੁਣ ਅੱਗੇ ਵਾਲਾ ਬਕਾਓ ਵੀਡੀਓ ਨਹੀਂ ਹੈਗਾ ਵੀ ਇਹ ਨਹੀਂ ਕਿ ਜਿਹੜੀ ਗੌਰਮੈਂਟ ਨੇ ਗੱਲ ਕਹਿਤੀ ਉਹੀ ਬਾਹਰ ਆਊਗੀ। ਹੁਣ ਸਾਡੇ ਕੋਲੇ ਤੁਹਾਡੇ ਵਰਗੇ ਬੁਲਾਰੇ ਹੈਗੇ ਆ ਜਾਗਰੂਕ ਕਰਨ ਲਈ ਤੇ ਸਾਨੂੰ ਜਗਾਉਣ ਦੇ ਲਈ। ਤੁਹਾਨੂੰ ਵੀਰ ਜੀ ਧੰਨਵਾਦ ਤੁਹਾਡਾ, ਤੇ ਇਸ ਤਰ੍ਹਾਂ ਜਾਗਰਤੀ ਦਿੰਦੇ ਰਹੋ। ਥੈਂਕਸ ਵੀਰ ਜੀ। ਧੰਨਵਾਦ ਧਾਲੀਵਾਲ ਸਾਹਿਬ। ਸਰ ਰਣਜੀਤ ਸਿੰਘ ਜੀ, ਲਾਈਨ ਨੰਬਰ 3, ਤੁਸੀਂ 에ਅਰ ਤੇ ਹੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜਸਦਾਰ ਜੀ ਦੇਖੋ ਜੀ, ਇਸ ਵੇਲੇ ਇੱਕ ਅੰਤਰਰਾਸ਼ਟਰੀ ਜਿਹੜਾ ਹੈ ਇਸ਼ੂ ਬਣ ਗਿਆ, ਇਕੱਲਾ ਇੰਡੀਆ ਦੀ ਵੀ ਨਹੀਂ ਰਹਿ ਗਿਆ। ਹੁਣ ਇਹ ਉੱਥੋਂ ਵੀ ਜਿਹੜੀਆਂ ਹੱਦਾਂ ਪਾਰ ਕਰਕੇ ਦੁਨੀਆ ਦੇ ਫਾਰਮਰਜ਼ ਨੂੰ ਮੈਸੇਜ ਗਿਆ ਵੀ ਤੁਹਾਡੇ ਨਾਲ ਕੀ ਹੋ ਰਿਹਾ।
ਸੋ ਗੱਲ ਅਸਲ ਵਿੱਚ ਆ ਦੇਖੋ ਸੁਪਰੀਮ ਕੋਰਟ ਦੇ ਪਹਿਲੀ ਵਾਰੀ 70 ਸਾਲਾਂ ਦੇ ਵਿੱਚ ਹੋਇਆ ਹੈ ਕਿ ਸੁਪਰੀਮ ਕੋਰਟ ਦੀ ਜਿਹੜੀ ਹੈਗੀ ਆ ਬਾਰ ਉਹ ਆ ਕੇ ਬਹਿ ਗਈ ਉੱਥੇ। ਇਹਨਾਂ ਝੁੱਡੂਆਂ ਨੂੰ ਕਦੋਂ ਅਕਲ ਆਵੇਗੀ ਕਿ ਤੁਸੀਂ ਸਹੁੰ ਹੀ ਖਾਧੀ ਹੋਈ ਆ ਵੀ ਤੁਸੀਂ ਕੋਈ ਵੀ ਚੰਗਾ ਕੰਮ ਹੁੰਦਾ ਲਾਤਾ ਉਡਾਉਣੀ ਆ ਯਾਰ ਕੱਢਣਾ ਹੀ ਕੱਢਣਾ। ਪਤਾ ਨਹੀਂ ਕਿੱਡੀ ਕੁ ਬੁਰਕੀ ਪਈ ਆ ਇਹਨਾਂ ਦੇ ਮੂੰਹ ਵਿੱਚ ਜਿਹੜੇ ਇਹ ਇਸ ਗੱਲ ਉੱਤੇ ਤੁੱਲੇ ਹੋਏ ਨੇ। ਉਹ ਯਾਰ ਕਿਤੇ ਤੇ ਰੁਕ ਜਾਓ ਕਿ ਕੀ ਆ ਇੱਕ ਉੱਥੇ ਵਿਚਾਰਾ ਕਿਸਾਨ ਬੈਠੇ ਆ 2 ਪੁੱਤ ਬਾਰਡਰ ਤੇ ਸ਼ਹੀਦ ਹੋ ਗਏ ਨੇ ਤੇ ਆਪ ਮੰਗਤਾ ਬਣ ਕੇ ਦਿੱਲੀ ਦੀਆਂ ਸੜਕਾਂ ਤੇ ਬੈਠਾ ਹੈ। ਕੋਈ ਸ਼ਰਮ ਨਹੀਂ ਇਹਨਾਂ ਲੋਕਾਂ ਨੂੰ ਵੀ ਅਸੀਂ ਕੀ ਕੋਈ ਜ਼ਹਿਰ ਘੋਲਣ ਲੱਗੇ ਹੋਏ ਆ। ਸੜੇ ਤੋਂ ਸੜੇ ਉੱਥੋਂ ਬੰਦੇ ਲਿਆ ਕੇ ਉਹਨਾਂ ਨੂੰ ਇੱਥੇ ਬੁਲਾ ਕੇ ਜੀ ਉਹਨਾਂ ਨੂੰ ਤੇ ਅਕਲ ਨਹੀਂ ਉੱਥੇ ਪਤਾ ਹੀ ਨਹੀਂ ਇਹਨਾਂ ਨੂੰ। ਉਹ ਸਰਕਾਰ 2 ਕਦਮ ਅੱਗੇ ਆ ਗਈ ਆ ਇਹ 2 ਕਦਮ ਇਹ ਕਿ ਬੋਲੂ ਆ ਤੁਹਾਨੂੰ ਇਹ ਪਤਾ ਹੀ ਨਹੀਂ। ਉਹ ਇਸ ਵੇਲੇ 1000 ਬੰਦਾ ਉੱਥੇ ਬੈਠਾ ਜਿਹੜੇ PhD ਦੇ ਲੈਵਲ ਦੇ ਬੰਦੇ ਨੇ ਇੰਜੀਨੀਅਰ ਨੇ ਡਾਕਟਰ ਨੇ ਮੀਡੀਆ ਦੇ ਵਿੱਚ ਜਵਾਬ ਦਿੰਦੇ ਨੇ। ਮੀਡੀਆ ਕੋਲ ਕੋਈ ਜਵਾਬ ਨਹੀਂ। ਅੱਜ ਵੇਖੋ ਸਭ ਤੋਂ ਬੈਸਟ ਗੱਲ ਜਿਹੜੀ ਅੱਜ ਹਰਿਆਣੇ ਦੇ ਇੱਕ ਪਿੰਡ ਨੇ ਫੈਸਲਾ ਲਿਆ ਉਹ ਕਹਿੰਦਾ ਇਸ 1 ਸਾਲ ਨਹੀਂ 5 ਸਾਲ ਨਹੀਂ 6 ਸਾਲ ਨਹੀਂ ਲਾਈਫ ਭਰ ਲਈ RSS ਤੇ BJP ਦਾ ਬੰਦਾ ਸਾਡੇ ਪਿੰਡ 'ਚ ਨਹੀਂ ਵੜ ਸਕੂਗਾ। ਉਹ ਸਾਰੇ ਝੁੱਡੂ ਨੇ ਪਿੰਡ ਦਾ ਸਰਪੰਚ। ਇਹ ਅੱਜ ਬੱਚਾ ਤੜਫ ਡਿਆ ਪਰ ਇੱਥੇ ਅੱਜ 2-3 ਜਿਹੜੇ ਨੇ ਇਹਨਾਂ ਦੇ ਗਲੇ 'ਚ ਹੱਡੀ ਬਣ ਗਿਆ ਇਹ ਸੰਘਰਸ਼। ਪਤਾ ਨਹੀਂ ਕੀ ਖਾ ਕੇ ਇਸ ਦੁਨੀਆ 'ਚ ਆਏ ਨੇ ਤੇ ਕਿਸੇ ਨੂੰ ਬਖਸ਼ਣਾ ਹੀ ਨਹੀਂ। ਯਾਰ ਹਿਊਮਨ ਰਾਈਟਸ ਵਾਇਲੇਸ਼ਨ ਹੋਈ ਆ ਉਹ ਤੇ ਇਹਨਾਂ ਦੇ ਮੂੰਹ ਚੋਂ ਇੱਕ ਵਾਰੀ ਨਿਕਲਿਆ ਵੀ ਇਹ ਧੱਕਾ ਹੋਇਆ। ਪਾਣੀ ਦੀਆਂ ਬਾਸ਼ੜਾਂ ਪਈਆਂ ਨੇ ਗੋਲੇ ਸੁੱਟ ਕਹਿੰਦਾ ਜੀ ਉਹ ਸਰਕਾਰ ਚੁੱਪ ਕਰਕੇ ਬੈਠੀ ਆ ਜੇ ਜਾਵੇ ਤਾਂ ਸਵੇਰੇ ਚੱਕ ਕੇ ਮਾਰੂ। ਜਾਓ ਤੁਸੀਂ ਜਾ ਕੇ ਮੋਢੇ ਤੇ ਗੰਨ ਰੱਖ ਲਓ ਜਾਓ ਜਾ ਕੇ ਚਲਾ ਲਓ ਉੱਥੇ ਇੱਥੇ ਭੌਂਕੀ ਜਾਂਦੇ ਇੱਥੇ ਜਾਓ ਘਰ ਦਾ ਐਡਵਾਈਜ਼ਰ ਚਾਹੀਦਾ ਨਾਲੇ ਬੈਠੋ ਤੇ ਬਾਦਰ ਲੰਘੋ ਗਾਂ। ਸੋ ਕਿਰਪਾ ਕਰਕੇ ਅੱਜ ਅਸੀਂ ਇਹਦੇ ਉੱਤੇ ਮੀਟਿੰਗ ਕਰਾਂਗੇ ਔਰ ਸਖਤ ਤੋਂ ਸਖਤ ਐਕਸ਼ਨ ਜਿਹੜਾ ਅਸੀਂ ਲੈਣ ਲਈ ਹੁਣ ਪਲਾਨ ਕਰਨਾ ਸੀ। ਚਾਹੇ ਟਲ ਜਾਣਗੇ ਪਰ ਨਹੀਂ ਇਹ ਟਲ ਰਿਹਾ। ਹੁਣ ਅਗਲਾ ਐਕਸ਼ਨ ਇਹਨਾਂ ਵੱਲ ਹੀ ਆਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਮਨੁੱਖੀ ਅਧਿਕਾਰਾਂ ਦਾ ਦਿਨ ਸੇਮ ਟੋਕਨ ਤੇ ਅੱਜ ਤੁਸੀਂ ਆਪਣੀ ਕੌਮ ਤੇ ਹੋਏ ਦਰਦ ਦੀ ਯਾਰ ਗੱਲ ਤੁਹਾਨੂੰ ਲੱਗਦੀ ਨਹੀਂ ਤੇ ਤੁਸੀਂ ਹਰ ਗੱਲ ਪੁੱਠੀ ਕਰਦੇ ਹੋ। ਹਰ ਦੁਨੀਆ ਉਸ ਸੰਘਰਸ਼ ਨੂੰ ਸਹੀ ਕਹਿ ਰਹੀ ਹੈ ਦੁਨੀਆ ਤੇ ਸਾਡੇ ਹੁਣ ਉਹ ਵੀ ਆਟਾ ਗੁੰਦੀ ਦਾ ਸਿਰ ਹਿਲਦਾ। ਸਰ ਇੰਦਰਜੀਤ ਸਿੰਘ ਲਾਈਨ ਨੰਬਰ 4। ਇੰਦਰਜੀਤ ਸਿੰਘ ਜੀ। ਸਰ ਗੁਰਿੰਦਰ ਸਿੰਘ ਲਾਈਨ ਨੰਬਰ 5। ਦਿਓਲ ਸਾਹਿਬ ਲਾਈਨ ਨੰਬਰ 1। ਹਾਂਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਗਿੱਲ ਸਾਹਿਬ ਦੇਖੋ ਇਸ਼ੂ ਤਾਂ ਕਈ ਸੀਗੇ ਤੁਸੀਂ ਚਲੋ ਮਨੁੱਖੀ ਅਧਿਕਾਰਾਂ ਦੀ ਵੀ ਗੱਲ ਕੀਤੀ ਵਿੱਚ ਜਿਹੜੀ ਇੱਥੇ ਦੀ ਪੱਤਰਕਾਰੀ ਦੇ ਨਾਲ ਸੰਬੰਧਿਤ ਉਹ ਤਾਂ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਸਟੇਟ ਦਾ ਹੁਣ ਤੱਕ ਨੈਰੇਟਿਵ ਸਿਰਜਿਆ ਸੀਗਾ ਨਾ ਉਹ ਕੁਝ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਵੀ ਜੋ ਸਟੇਟ ਨੇ ਇੰਡੀਆ ਸਟੇਟ ਨੇ ਸਾਡਾ ਇਤਿਹਾਸ ਘੜ ਕੇ ਲੋਕਾਂ ਦੇ ਸਾਹਮਣੇ ਇੱਕ ਬਣਾਤਾ ਵੀ ਅੱਤਵਾਦੀ ਆ ਵੱਖਵਾਦੀ ਆ ਵੀ ਉਹਦੇ ਉਲਟੇ ਕਿਉਂ ਬੋਲ ਰਹੇ ਆ ਤੇ ਜੋ ਸਾਨੂੰ ਸਟੇਟ ਨੇ ਕਹਿਤਾ ਉਹ ਅਸੀਂ ਮੰਨ ਕੇ ਪਿਓ ਆ ਹੋਰ ਉਹਨਾਂ ਕੋਲ ਕੋਈ ਸ਼ਬਦ ਨਹੀਂ। ਮੰਨ ਲਓ ਤੁਸੀਂ ਮੈਂ ਕਹਿੰਦਾ ਵੀ ਜੇ ਤੁਸੀਂ ਦੁਨਿਆਵੀ ਦਲੀਲਾਂ ਵੀ ਦੇਣੀਆਂ ਤੁਸੀਂ ਉਹ ਦਵੋ ਜਿਹਦੇ ਨਾਲ ਤੁਸੀਂ ਘੱਟੋ ਘੱਟ ਸਹਿਮਤੀ ਹੋਵੇ ਫੇਰ ਆ ਜਾਂਦੇ ਆ ਇਹ ਕੱਟੜ ਲਾਣਾ ਇਹ ਢਾਈ ਟੋਟਲੂ ਮੰਨ ਲਓ ਇਦਾਂ ਦੇ ਸ਼ਬਦ ਕੱਢ ਕੇ ਲਿਆਉਂਦੇ ਫਿਰ ਜਦੋਂ ਤੋਂ ਅਗਲਾ ਜਵਾਬ ਦਿੰਦਾ ਸਾਡੇ ਵਰਗਾ ਫੇਰ ਕਹਿੰਦੇ ਸਾਨੂੰ ਝੱਲਦੇ ਨਹੀਂ ਹੈਗੇ। ਤੇ ਹੁਣ ਤੁਹਾਡੀ ਇਹ ਕਿਰਤ ਘੜਦਾ ਤੁਹਾਡੀ ਬੇਈਮਾਨੀ ਨੂੰ ਕੌਣ ਚਲੋ ਮੈਂ ਤਾਂ ਇੱਥੇ ਤੱਕ ਗਿਆ ਸਾਡੇ ਹੁਣ ਇੱਥੇ ਬੰਦੇ ਕਹਿੰਦੇ ਹੁੰਦੇ ਕਿ ਇਹ ਕਿਸਾਨ ਮੰਨ ਲਓ ਮੋਰਚੇ ਦੇ ਇਹਦੇ ਸਾਰੇ ਸੰਘਰਸ਼ ਵੀ ਇਹ ਜੀ ਖਾਲਸਾ ਦੇ ਝੰਡੇ ਨਹੀਂ ਆਉਣੇ ਚਾਹੀਦੇ ਫਲਾਨਾ ਨਹੀਂ ਆਉਣੇ ਚਾਹੀਦਾ। ਚਲੋ ਠੀਕ ਹੈ ਹਰ ਇੱਕ ਦਾ ਆਪਣੀ ਗੱਲ ਕਹਿਣ ਦਾ ਹੱਕ ਆ। ਮੈਂ ਤਾਂ ਇੱਥੇ ਤੱਕ ਇਹਨਾਂ ਨੂੰ ਕਹਿੰਦਾ ਵੀ ਜੇ ਤੁਹਾਨੂੰ ਬਿੱਲ ਚੰਗੇ ਲੱਗਦੇ ਆ ਜੇ ਤੁਹਾਨੂੰ ਖਾਲਸਾ ਦੀ ਜਾਂ ਕਿਸੇ ਦੇ ਹੋਰ ਝੰਡਿਆਂ ਤੋਂ ਅਲਰਜੀ ਆ ਤੁਸੀਂ ਆਪਣਾ ਤਿਰੰਗਾ ਲੈ ਕੇ ਕੱਢੋ ਰੈਲੀ ਤੇ ਬੰਦੇ ਘਾਟਿਆ ਤਾਂ ਅਸੀਂ ਕੋਲੋਂ ਦੇ ਦਿਆਂਗੇ ਮੈਂ ਚਲੇ ਜਾਊਂਗਾ 10-50 ਬੰਦੇ ਲੈ ਕੇ। ਉਹ ਤੁਸੀਂ ਯੁਰਤ ਤਾਂ ਰੱਖੋ ਬੋਲਣ ਦੀ ਤੁਹਾਨੂੰ ਤੁਸੀਂ ਕਿਤੇ ਪੈਰ ਤਾਂ ਖੜੋ ਮੰਨ ਲਓ ਗਿਰਗਟ ਨਾਲੋਂ ਵੀ ਵੱਧ ਰੰਗ ਬਦਲਦੇ ਆ ਇੱਥੇ ਗੱਲ ਸਾਂਝੀ ਜੇ ਕਰਕੇ ਦੌੜ ਜਾਂਦੇ ਆ ਮੰਨ ਲਓ ਬਿੱਲੇ ਜਿਹੇ ਬਣ ਕੇ ਇੱਦਾਂ ਦੀਆਂ ਗੱਲਾਂ ਬਾਹਲੀਆਂ ਚਿਰ ਨਹੀਂ ਹੁੰਦੇ। ਘੱਟੋ ਘੱਟ ਆਪਣੇ ਘਰੇ ਜਾ ਕੇ ਆਲੇ ਦੁਆਲੇ 'ਚ ਕਿਰਦਾਰ ਤਾਂ ਮੰਨ ਲਓ ਉਹੀ ਜੋ ਸਟੇਟ ਦੇ ਚੈਨਲ ਚੱਲਦੇ ਉੱਥੇ ਹਾਲੇ ਤੱਕ ਵੀ ਚੱਲੀ ਜਾਂਦੇ ਇਹ ਬਾਹਲਾ ਚਿਰ ਨਹੀਂ ਚੱਲਣਾ ਹੁੰਦਾ। ਜਿੱਦਾਂ ਇੱਦਾਂ ਦੇ ਬੰਦੇ ਏਅਰ ਤੇ ਮੇਰੇ ਵਰਗਾ ਬੋਲ ਕੇ ਚਲੇ ਜਾਓ 10-50 ਬੰਦੇ ਵੀ ਜਾ ਕੇ ਜਵਾਬ ਦੇਣਾ ਪੈਂਦਾ ਹੁੰਦਾ। ਇਹ ਮੈਨੂੰ ਲੱਗਦਾ ਭੁੱਲ ਜਾਂਦੇ ਆ ਕਿਉਂਕਿ ਨਾ ਇਹਨਾਂ ਨੂੰ ਕਿਸੇ ਪੁੱਛਣਾ ਹੁੰਦਾ। ਤੇ ਰਹੀ ਗੱਲ ਮੈਂ ਉਹ ਸੰਘਰਸ਼ ਤੁਸੀਂ ਪਹਿਲਾਂ ਅਨੰਦਪੁਰ ਸਾਹਿਬ ਦੇ ਮੱਥੇ ਦੀ ਵੀ ਗੱਲ ਕੀਤੀ ਸੀਗੀ। ਦੇਖੋ ਗੱਲ ਸਾਹਿਬ ਅੱਜ ਵੀ ਕਿਸੇ ਨੇ ਸੰਤਾਂ ਬਾਰੇ ਅਸੀਂ ਵੀ ਨੈਰੇਟਿਵ ਜਿਹੜੇ ਸਟੇਟ ਦੇ ਘੜੇ ਉਹਨਾਂ ਤੇ ਯਕੀਨ ਬਹੁਤ ਕਰਦੇ ਰਹੇ ਆ। ਮੈਂ ਐਵੇਂ ਉਹਨਾਂ ਦੇ ਵਿੱਚ ਹੈਗਾ ਐਵੇਂ ਤੁਹਾਨੂੰ ਕਹਿਣਾ ਹੁਣ ਮੈਂ ਕਹਿੰਦਾ ਅੱਜ ਵੀ ਆਪਾਂ ਨੂੰ ਲੱਗਦਾ ਵੀ ਯੂਨੀਅਨਾਂ ਪਤਾ ਨਹੀਂ ਕਿੱਡਾ ਉੱਥੇ ਮੰਨ ਲਓ ਵੀ ਸਾਨੂੰ ਲੈ ਕੇ ਚਲੇ ਗਈਆਂ ਯੂਨੀਅਨਾਂ 'ਚ ਐਡੀ ਕਦੇ ਦੀ ਜਾਨ ਸੀਗੀ ਯੂਨੀਅਨਾਂ ਨੂੰ ਲਿਜਾਉਣ ਵਾਲਾ ਪਰਮਾਤਮਾ ਅਕਾਲ ਪੁਰਖ ਪੰਜਾਬ ਇਹ ਜਿਹੜਾ
ਗੁਰੂ ਦੇ ਸਿਦਕ ਨਾਲ ਲੈ ਕੇ ਯੂਨੀਅਨ 'ਚ ਐਡੀ ਕੋਈ ਜ਼ਰੂਰਤ ਨਹੀਂ ਹੈਗੀ। ਜਿਹੜੀ ਉੱਥੇ ਜਾ ਕੇ ਗੱਲਬਾਤ ਕਰਦੇ ਇਹਨਾਂ 'ਚ ਤਾਂ ਕੁਝ ਵੀ ਨਹੀਂ ਹੈ। ਉਹ ਕੱਲਾ ਖੀਸੇ 'ਚ ਨਹੀਂ ਸੰਤ ਕੱਲਾ ਉਹ ਆਨੰਦਪੁਰ ਸਾਹਿਬ ਦਾ 2 ਸਾਲ ਨਹੀਂ ਮਤਾ ਪਾ ਕੇ ਰੱਖਿਆ। ਉਹਨਾਂ ਦੇ ਅੱਜ ਵੀ YouTube ਤੇ ਕੱਢ ਕੇ ਉਹ ਸੰਵਾਦ ਸੁਣ ਲਿਓ, ਜਿਹੜੇ ਸਟੇਟ ਦੇ ਬੰਦੇ ਜਾਂਦੇ ਹੁੰਦੇ ਸੀ ਉਹਨਾਂ ਨਾਲ ਬੈਠ ਕੇ ਜਿਹੜੇ ਸੰਵਾਦ ਕੀਤੇ ਹੋ ਆ, ਜਦੋਂ ਯੂਨੀਅਨ ਵਾਲੇ ਇੱਥੇ ਪ੍ਰੈਸ ਕਰਾਉਂਦੇ 20-31 ਨਾ ਉਹਨਾਂ ਦੇ ਬਰਾਬਰ ਦਾ ਕੋਈ ਸੰਵਾਦ ਕਰਕੇ ਦਿਖਾ ਦੇਵੇ। ਹਰ ਗੱਲ ਤੇ ਮੇਰਾ ਉੱਤਰ ਕੀਤਾ ਉਹਨਾਂ ਨੂੰ, ਹਰ ਗੱਲ ਦੇ ਉੱਤੇ। ਮੇਰੇ ਅੱਜ ਮੈਨੂੰ ਅਫਸੋਸ ਇਸ ਗੱਲ ਦਾ ਹੋਇਆ, ਜਿਹੜੇ ਕਹਿੰਦੇ ਸੀਗੇ ਸਾਨੂੰ ਫਲਾਨਾ ਝੰਡਾ, ਅੱਜ ਉਹਨਾਂ ਯੂਨੀਅਨਾਂ ਦੇ ਵਿੱਚੋਂ ਹੀ ਅਗਰਾਹਾਂ ਵਾਲਿਆਂ ਨੇ ਮੰਨ ਲਓ ਮਨੁੱਖੀ ਅਧਿਕਾਰਾਂ ਦੀ ਗੱਲ ਜਿਹੜੀ ਆ ਮੰਨ ਲਓ ਮਾਡਰਨ ਵਰਲਡ ਨੇ ਤਾਂ 2 ਸੰਸਾਰ ਜੰਗਾਂ ਤੋਂ ਬਾਅਦ ਕਰਨੀ ਸ਼ੁਰੂ ਕੀਤੀ ਆ। ਸਾਡੇ ਤਾਂ ਗੁਰੂ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਤੋਂ ਕੀਤੀ ਆ। ਸਾਡੀ ਤੱਤੀਆਂ ਤਵੀਆਂ ਤੇ ਬੈਠੇ ਗੁਰੂ ਤੇਗ ਬਹਾਦਰ ਜੀ ਨੇ ਉਸ ਚੀਜ਼ ਨੂੰ ਅਸੀਂ ਪੰਜਾਬ ਨੇ ਸਿਰਜਿਆ, ਤੇ ਉਹਨਾਂ ਨੇ ਮੰਨ ਲਓ ਹੁਣ ਤੱਕ ਇਹ ਕਹੀ ਰੱਖਿਆ ਵੀ ਨਾ ਆਨੰਦਪੁਰ ਦਾ ਮਤਾ, ਨਾ ਪਾਣੀਆਂ ਦੀ ਗੱਲ, ਨਾ ਸਿੱਖ ਰਾਜਨੀਤੀ, ਨਾ ਕੋਈ ਹੋਰ ਇਕੱਲੇ ਬਿੱਲਾਂ ਤੇ ਗੱਲ ਕਰਨੀ, ਅਸੀਂ ਹੋਰ ਕਿਸੇ ਖੁਦ ਮੁਖਤਿਆਰੀ ਦੀ ਗੱਲ ਨਹੀਂ। ਅੱਜ ਉਹ ਸ਼ਰੇਆਮ ਜਿਹੜੇ ਸਾਊਥ ਜਾਂ ਉਧਰਲੇ ਆ ਉਹ ਵਿਚਾਰੇ ਬੁੱਧੀਜੀਵੀ ਫੜ ਕੇ ਰੱਖਿਓ, ਉਹਨਾਂ ਨੂੰ ਨੈਕਸਲੀ ਸਾਡੇ ਅਰਬਨ ਨੈਕਸਲੀ ਉਹਨਾਂ ਦੇ ਗ੍ਰਹਾਂ ਵਾਲੇ ਲੈ ਕੇ ਪੋਸਟਰ ਸ਼ਰੇਆਮ ਬੈਠੇ ਆ। ਹੁਣ ਇਹਨਾਂ ਨੂੰ ਪੁੱਛੇ ਵੀ ਅਸੀਂ ਇੱਥੇ ਪਸ਼ਕ ਗੌਰੀ ਲੰਕੇਸ਼ ਤੋਂ ਲੈ ਕੇ ਅਸੀਂ ਪ੍ਰੋਫੈਸਰ ਸਾਈਂ ਬਾਬਾ ਤੱਕ ਜਿਹੜੇ ਹੈਂਡੀਕੈਪ ਉਹਨਾਂ ਸਾਰਿਆਂ ਦੀ ਗੱਲ ਕਰਦੇ, ਪੋਸਟਾਂ ਪਾਈ ਦੀਆਂ, ਉਹਨਾਂ ਸਾਰਾ ਕੁਝ ਬੋਲੀ ਦਾ। ਇਹ ਮਰ ਗਏ ਸੀਗੇ ਵੀ ਇਹਨਾਂ ਨੂੰ ਜੱਗੀ ਜੋੜਾ ਦੀਨਾ ਨਹੀਂ। ਇਹ ਜਿਹੜੇ ਛੋਟੇ ਨਿਆਣੇ ਚੱਕ ਕੇ ਲਿਟਰੇਚਰ ਦੇ ਨਾਂ ਦੇ ਅੰਦਰ ਸਟੇਟ ਚੱਕ ਕੇ UAP ਨੇ, ਇਹ ਮੰਨ ਲਓ ਐਡੇ ਕਿਰਤ ਘਣਤੇ ਆ। ਮੈਂ ਯੂਨੀਅਨ ਨਾਂ ਦੀ ਖਾਸ ਕਰਕੇ ਗ੍ਰਾਹਾਂ ਵਾਲੀ ਦੀ ਗੱਲ ਕਰਦਾ, ਐਡੀ ਕਿਰਤ ਘਣਤਾ ਆ। ਇਹ ਕਿਹੜੇ ਮੂੰਹ ਨਾਲ ਪੰਜਾਬ ਹੁਣ ਵੜੂਗੇ? ਉੱਥੇ ਲੋਕਾਂ ਦੇ ਖਾਣਾ ਗੁਰਦੁਆਰੇ ਸਾਹਿਬ ਦਾ ਤੇ ਭੌਂਕਣਾ, ਸੌਰੀ ਤੂੰ ਮੇਰੇ ਸ਼ਬਦ ਬੋਲਣਾ ਵੀ ਉਹ ਮੰਨ ਲਓ ਇਹਨਾਂ ਦੇ ਉਹ ਕਿਹੜੇ ਕਿਸਾਨੀ ਮਸਲੇ ਨਾਲ ਸੰਬੰਧਿਤ ਹੈ? ਜੇ ਤੁਸੀਂ ਕਰਨੀ ਮਨੁੱਖੀ ਅਧਿਕਾਰਾਂ ਦੀ ਸਮੁੱਚਤਾ ਜੀ ਕਰੋ, ਸਾਰਿਆਂ ਨੂੰ ਨਾਲ ਲੈ ਕੇ ਤੁਰੋ। ਜੇ ਹੁਣ ਮੈਂ ਇਕੱਲੇ ਮਨੁੱਖੀ ਅਧਿਕਾਰਾਂ ਦੀ ਆਪਣਾ ਦੀ ਗੱਲ ਕਰੀ ਜਾਵਾਂ, ਪੰਜਾਬ ਦੀ ਤੁਸੀਂ ਗੱਲ ਨਹੀਂ ਕਰਦੇ ਹੈਗੇ, ਤੇ ਉਹ ਸਾਊਥ 'ਚ ਬੈਠੇ ਤੁਸੀਂ ਉਹਨਾਂ ਨਾਲ ਡੀਲ ਕਰਕੇ ਬੈਠੇ ਆ। ਇਹ ਸਟੇਟ ਨਾਲ ਨਹੀਂ ਡੀਲ ਕੀਤੀ, ਇਹ ਸਿਰਫ ਜਿਹੜੇ ਬੈਠੇ ਆ ਉੱਥੇ ਜਾ ਕੇ ਜਿਹੜਾ ਪਹਿਰਾ ਲਗਾਇਆ ਲੋਕਾਂ ਦਾ, ਸਿਰਫ ਉਹ ਤੋਂ ਡਰਿਓ। ਅਦਰਵਾਈਜ਼ ਭਾਵੇਂ ਇੱਥੇ ਦੇ ਲੋਕ ਹੋਣ ਜਿਹੜੇ ਇਹ ਮੁੱਠੀ ਭਰ ਭਾਵੇਂ ਉੱਥੇ ਦੇ ਆ, ਇਹ ਸਾਰੇ ਹੀ ਸਟੇਟ ਦੇ ਨਾਲ ਅਸਲ ਵਿੱਚ ਘਿਓ ਖਿਚੜੀ ਜਾਂਦੇ। ਜਿਹੜਾ ਆਪਾਂ ਸੈਕੂਲਰ ਵਾਲਾ ਡਰਾਮਾ ਕਰਦੇ ਖੱਬੇ ਪੱਖੀਆਂ ਦਾ, ਇਹਨਾਂ 'ਚ ਐਡੀ ਜ਼ਰੂਰਤ ਨਹੀਂ ਹੈਗੀ। ਇਹ ਦਿਖਾਲਣ ਨੂੰ ਹੀ ਆ ਲੋਕਾਂ ਨੂੰ, ਮਗਰ ਕਿਉਂਕਿ ਹੁਣ ਜੁੱਤੀ ਤਕੜੀ ਆ ਲੋਕਾਂ ਦੀ ਕਰਕੇ ਇਹਨਾਂ ਦੇ ਕੋਲ ਭੱਜਣ ਨੂੰ ਥਾਂ ਨਹੀਂ ਹੈਗਾ। ਤੇ ਗੱਲ ਕਰਨੀ ਹੈ ਸਮੁੱਚਤਾ ਦੀ ਕਰੋ, ਬੇਸ਼ੱਕ ਮਨੁੱਖੀ ਅਧਿਕਾਰਾਂ ਦੀ ਹੋਵੇ, ਸਾਰਿਆਂ ਨੇ ਕਰੋ, ਪਰ ਇਦਾਂ ਨਹੀਂ ਹੁੰਦਾ ਵੀ ਲੋਕਾਂ ਨੂੰ ਚੁੱਪ ਕਰਾਈ ਜਾਓ, ਤੁਸੀਂ ਆਹ ਝੰਡਾ ਨਹੀਂ ਲੈਣਾ, ਆਹ ਨਹੀਂ ਕਰਨੀ, ਫਲਾਨਾ ਨਹੀਂ ਕਰਨਾ। ਹੁਣ ਆਪ ਸ਼ਰੇਆਮ ਕਰਨ ਲੱਗੇ ਹੋ। ਤੇ ਮੇਰੇ ਖਿਆਲ ਨਾਲ ਇਹ ਪੱਤਰਕਾਰਾਂ ਨੂੰ ਖਾਸ ਕਰਕੇ ਸਾਡਿਆਂ ਨੂੰ ਵੀ ਚਾਹੀਦਾ। ਉਹ ਖਬਰਾਂ ਬਹੁਤ ਘੱਟ ਗਈਆਂ, ਤੁਸੀਂ ਅੱਜ ਪੁੱਛੀ ਸੀਗੀ ਸਪੈਸ਼ਲ, ਵਧੀਆ ਕੀਤਾ। ਬਾਕੀਆਂ ਤੇ ਖਬਰ ਹੀ ਨਹੀਂ ਸਾਂਝੀ ਕੀਤੀ ਵੀ ਹਾਂ ਵੀ ਹੁਣ ਕਿਹੜੇ ਮੂੰਹ ਦੇ ਨਾਲ ਉਹ ਬਿੱਲ ਤੋਂ ਇਲਾਵਾ ਦੂਜੇ ਮੁੱਦੇ ਕਿਉਂ ਇਹਨੇ ਵਿੱਚ ਲੈ ਆਉਂਦੇ ਆ ਜਿਹੜੇ ਸਾਨੂੰ ਰੋਕੀ ਜਾਂਦੇ ਸੀ। ਧੰਨਵਾਦ ਜੀ। ਧੰਨਵਾਦ ਜੀ। ਤਾਂ ਗੁਰਵਿੰਦਰ ਸਿੰਘ ਲਾਈਨ ਨੰਬਰ 3। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਤਾਂ ਇੱਕ ਗੱਲ ਕਰਨੀ ਸੀ ਵੀ ਦੇਖੋ ਅਸੀਂ ਸਾਡੀ ਕੌਮ ਇਮੋਸ਼ਨਲੀ ਬੜੀ ਛੇਤੀ ਅਟੈਚ ਹੋ ਜਾਂਦੀ ਆ। ਪੈਸਾ ਵੀ ਵਿੱਚੋਂ ਬਾਹਰ ਦੇ ਦਿੰਦੇ ਆ, ਅਸੀਂ ਜੋਸ਼ ਵੀ ਦਿਖਾ ਦਿੰਦੇ ਆ, ਲੇਕਿਨ ਜੋ ਮੈਨੂੰ ਸਮਝ 'ਚ ਆ ਰਹੀ ਹੈ ਨਾ, ਤੇ ਦੇਖੋ ਹੁਣ ਪ੍ਰੋਟੈਸਟ ਵੀ ਕਰ ਰਹੇ ਆ। ਪ੍ਰੋਟੈਸਟ ਕਰਨ ਦੇ ਨਾਲ ਨਾਲ ਅਸੀਂ ਜਿਹੜਾ ਨਾ ਜਿਹੜੇ ਲੋਕੀ ਸਾਡੇ ਲੋਕਲ ਰਹਿ ਕੇ ਸਾਡੇ ਸਾਰੇ ਮੋਰਚੇ ਦੇ ਖਿਲਾਫ ਬੋਲਦੇ ਨੇ, ਇੱਕੋ ਹੀ 2 ਛੋਟੀਆਂ ਚੀਜ਼ਾਂ ਨੇ ਵੀ ਤੁਸੀਂ ਰਾਈਟ ਵੇ ਨੋਟ ਕਰਕੇ ਤੁਸੀਂ ਰਿਪੋਰਟ ਕਰ ਸਕਦੇ ਆ। ਜੇ ਫੇਸਬੁੱਕ ਦੇ ਉੱਤੇ ਜਾਂ WhatsApp ਦੇ ਉੱਤੇ ਤੁਹਾਨੂੰ ਇਹ ਰੀਜ਼ਨ ਮਿਲ ਜਾਂਦਾ ਵੀ ਕੋਈ ਸਾਡੀ ਕੋਈ ਪੋਸਟ ਆਉਂਦੀ ਆ ਤੇ ਉਹ ਅਨਐਥੀਕਲੀ ਆ, ਤੁਸੀਂ ਉਹਨੂੰ ਰਾਈਟ ਵੇ ਡਿਲੀਟ ਵੀ ਕਰ ਸਕਦੇ ਆ, ਰਿਪੋਰਟ ਵੀ ਕਰ ਸਕਦੇ ਆ। ਫਿਰ ਅਸੀਂ ਜੇ ਸੁਣ ਕੇ ਅਸੀਂ ਉਸ ਚੀਜ਼ ਨੂੰ ਰਿਪੋਰਟ ਨਹੀਂ ਕਰਨਾ ਤੇ ਫਿਰ ਜਾ ਕੇ ਹਰਜੀਤ ਸਿੰਘ ਨੂੰ ਹੀ ਕਹਿ ਦਈਏ ਜਾ ਕੇ ਜੀ ਤੁਸੀਂ ਕੁਝ ਬੋਲੋ, ਤੁਸੀਂ ਕੁਝ ਬੋਲੋ। ਤੇ ਮੇਰਾ ਇਕੱਲਾ ਇਹ ਨਹੀਂ ਗਾ ਮਕਸਦ ਕਿ ਮੈਂ ਆਪਣੀ ਵਧੀਆ ਅਧਿਕਾਰ ਲੈ ਕੇ ਕੋਈ ਝੰਡਾ ਲਾ ਕੇ ਸੀਟ ਤੇ ਦਿਖਾ ਦੇਵਾਂ, ਨਾ ਮੈਂ ਸਿਰਫ ਲੋਕਾਂ ਗੋਰਿਆਂ ਨੂੰ ਦਿਖਾ ਲੈਣਾ ਜੀ ਮੈਂ ਪਰਫਾਰਮਰ ਦੇ ਨਾਲ। ਮੇਰਾ ਆਪਣਾ ਵੀ ਕੁਝ ਫਰਜ਼ ਬਣਦਾ ਵੀ ਮੈਂ ਨੈਤਿਕਲੀ ਜਿਹੜੇ ਵੀ ਸਾਡੇ ਕੋਈ ਬੰਦੇ ਪਿੱਛੋਂ ਬੋਲਦੇ ਨੇ ਇਹਨਾਂ ਦੇ ਵੀ ਖਿਲਾਫ ਕੋਈ ਰਿਪੋਰਟਿੰਗ ਕਰੋ ਤਾਂ ਕਿ ਇਹਨਾਂ ਨੂੰ ਪਛਾਣਿਆ ਜਾਵੇ। ਦੂਜੀ ਗੱਲ, ਸਾਡੇ ਪੰਜਾਬੀ ਨਾ ਛੇਤੀ ਭੁੱਲ ਜਾਂਦੇ ਨੇ। ਹੁਣ ਜਿਹੜੇ ਬੰਦੇ ਬੋਲਦੇ ਨੇ ਤੁਸੀਂ ਇਹ ਦੇਖਿਓ 6 ਮਹੀਨਿਆਂ ਨੂੰ ਸਾਡੇ ਪ੍ਰੋਗਰਾਮਾਂ ਦੇ ਵਿੱਚ ਵੀ ਕਹਿਣੇ ਆਉਣਾ ਸ਼ੁਰੂ ਹੋ ਜਾਣਾ, ਫਿਰ ਵੀ ਅਸੀਂ ਇਹਨਾਂ ਨੂੰ ਗੱਲ ਬਕਰੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ। ਅਸੀਂ ਬਹੁਤ ਛੇਤੀ ਭੁੱਲ ਜਾਂਦੇ ਆ, ਚਾਹੇ ਉਹ ਸਾਡੇ ਤੇ ਕੀਤਾ ਹੋਇਆ ਤਸ਼ੱਦਦ ਹੋਵੇ ਜਾਂ ਸਾਡੇ ਆਪਣੇ ਹੱਕ ਹੋਣ। ਥੈਂਕ ਯੂ ਜੀ। ਧੰਨਵਾਦ ਜੀ। ਤਾਂ ਮਹਿੰਦਰ ਨੰਬਰ 4। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਗਿੱਲ ਸਾਹਿਬ, ਬੜਾ ਨਾਜ਼ੁਕ ਮੁੱਦਾ ਹੈ, ਇੱਕ ਸਿਚੁਏਸ਼ਨ ਵੀ ਉਸ ਕਿਸਮ ਦੀ ਬਣੀ ਹੋਈ ਹੈ। ਪਰ ਇੱਕ ਗੱਲ ਜਿਹੜੀ ਵੱਖਰੀ ਬਿਲਕੁਲ ਹੈ ਉਹ ਇਹ ਹੈ ਕਿ ਜਦੋਂ ਪਿਛਲੀਆਂ ਲਹਿਰਾਂ ਇਹਨਾਂ ਨੇ ਬੜੀ ਛਾਤਰ ਤਰੀਕੇ ਨਾਲ ਉਹਨਾਂ ਦੇ ਵਿੱਚ ਆਪਣੇ ਬੰਦੇ ਵਾੜ ਕੇ ਏਜੰਸੀਆਂ ਰਾਹੀਂ ਉਹ ਸਾਰੀਆਂ ਖਤਮ ਕਰਤੀਆਂ, ਉਸ ਵੇਲੇ ਸੋਸ਼ਲ ਮੀਡੀਆ ਇੰਨਾ ਤਕੜਾ ਨਹੀਂ ਸੀ। ਹੁਣ
ਹੁਣ ਸੋਸ਼ਲ ਮੀਡੀਆ ਤੇ ਸਕਿੰਟਾਂ ਦੇ ਵਿੱਚ ਗੱਲ ਸਾਰੀ ਉੱਥੇ ਪਹੁੰਚ ਜਾਂਦੀ ਹੈ। ਤੁਹਾਡੇ ਕੋਲ ਜਦੋਂ ਤੱਕ ਪਹੁੰਚਦੀ ਹੈ ਜਾਂ ਟੀਵੀ ਕਿਸੇ ਚੈਨਲ ਤੇ ਪਹੁੰਚਦੀ, ਉਦੋਂ ਤੱਕ ਤਾਂ ਉਹ ਗੱਲ ਸਾਰੀ ਦੁਨੀਆ 'ਚ ਪਹੁੰਚ ਚੁੱਕੀ ਹੁੰਦੀ ਹੈ। ਇਸ ਕਰਕੇ ਇਹਦਾ ਇੱਕ ਬਹੁਤ ਵੱਡਾ ਫਾਇਦਾ ਹੋਇਆ। ਜਿਹੜੀਆਂ ਇਹ ਬਦਨਾਮ ਕਰਨ ਦੀਆਂ ਚਾਲਾਂ ਇਹ ਚੱਲਦੇ ਸੀ, ਸੰਤਾਂ ਨੂੰ ਵੀ ਬਦਨਾਮ ਕੀਤਾ, ਲਹਿਰ ਨੂੰ ਵੀ ਬਦਨਾਮ ਕੀਤਾ, ਅੱਜ ਵੀ ਇਹਨਾਂ ਨੇ ਆਪਦੀ ਪੂਰੀ ਕੋਸ਼ਿਸ਼ ਕਰ ਲਈ ਵੀ ਇਹ ਜਿਹੜਾ ਮੁੱਦਾ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਜਾਂ ਇਕੱਲੇ ਸਿੱਖਾਂ ਦਾ, ਉਹ ਗੱਲ ਬਿਲਕੁਲ ਬੁਰੀ ਤਰ੍ਹਾਂ ਫੇਲ ਹੋ ਗਈ। ਕਦੇ ਹੁਣ ਚੀਨ ਦਾ ਨਾਂ ਲੈਂਦੇ, ਕਦੇ ਪਾਕਿਸਤਾਨ ਦਾ ਲੈਂਦੇ, ਕਦੇ ਕਿਸੇ ਦਾ, ਯਾਨੀ ਇਹ ਬੇਫਰਜ਼ੀਆਂ ਮਾਰ ਰਹੇ ਆ। ਪੂਰੀ ਤਰ੍ਹਾਂ ਨਾਲ ਸਟੇਟ ਹੈ ਜਿਹੜੀ ਇਸ ਵੇਲੇ ਬੁਖਲਾ ਚੁੱਕੀ ਹੈ। ਪਰ ਜਿਹੜਾ ਦੂਸਰੇ ਪਾਸੇ ਬੜੀ ਵਧੀਆ ਗੱਲ ਇੱਕ ਆ ਰਹੀ ਹੈ, ਸਾਰੀਆਂ ਯੂਨੀਅਨਾਂ ਦੇ ਵਿੱਚ, ਕਿਉਂਕਿ ਬਹੁਤੀਆਂ ਯੂਨੀਅਨਾਂ ਦੇ ਵਿੱਚ ਖੱਬੇ ਪੱਖੀ ਹੈਗੇ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਜਦੋਂ ਉੱਥੋਂ ਰਿਪੋਰਟਸ ਆਉਂਦੀਆਂ ਜਾਂ ਉੱਥੋਂ ਟੈਲੀਫੋਨ ਹੁੰਦੇ ਆ, ਜਾਂ ਉਹ ਜਿਹੜੇ ਸਾਡੇ ਬੱਚੇ ਉੱਥੇ ਗਏ, ਸਾਡੇ ਆਪਦੇ ਭੈਣ ਭਰਾ ਗਏ ਵੇ ਆ, ਟਰਾਲਾ ਇੱਕ ਜਾਂਦਾ ਉਹਦੇ 'ਚ 20 ਬੰਦੇ ਗਏ, 10 ਮੁੜੇ ਆਉਂਦੇ ਆ, ਸਮਾਨ ਲੈ ਲੈ ਕੇ ਤੁਰੇ ਜਾਂਦੇ ਆ। ਉੱਥੋਂ ਜਿਹੜੀਆਂ ਉਹ ਪੋਸਟਾਂ ਪਾਉਂਦੇ ਆ, ਉੱਥੇ ਜਦੋਂ ਕੋਈ ਵੀ ਗੱਲ ਕਰਦਾ ਉੱਥੇ ਉਹੀ ਜਜ਼ਬਾ ਸਾਂਝੀਵਾਲਤਾ ਦਾ, ਬੋਲੇ ਸੋ ਨਿਹਾਲ ਦੇ ਜੈਕਾਰੇ, ਤੇ ਉਹੀ ਸਾਰੀਆਂ ਗੱਲਾਂ। ਇੱਕ ਰਾਜਸਥਾਨ ਦਾ ਬੰਦਾ ਕਹਿ ਰਿਹਾ, ਜੇ ਕਹਿੰਦਾ ਆਪਦੇ ਹੱਕ ਮੰਗਣੇ ਆ, ਸਾਰੇ ਕਿਸਾਨਾਂ ਦੇ ਹੱਕ ਮੰਗਣੇ ਆ, ਮਜ਼ਦੂਰਾਂ ਦੇ, ਸਾਰਿਆਂ ਦੇ, ਕਹਿੰਦਾ ਉਹ ਜੇ ਖਾਲਿਸਤਾਨੀ ਆ ਤਾਂ ਮੈਂ ਪਹਿਲਾਂ ਖਾਲਿਸਤਾਨੀ ਆ। ਸਾਊਥ ਦਾ ਬੰਦਾ ਇੱਕ ਕਹਿ ਰਿਹਾ, ਇੱਕ ਅਮਰੀਕਾ ਦਾ ਬੰਦਾ ਅੰਗਰੇਜ਼ੀ 'ਚ ਸਾਰਾ ਕੁਝ ਕਹਿ ਕੇ ਗਿਆ, ਉਹਨੇ ਇੰਗਲਿਸ਼ ਵਿੱਚ ਦੱਸਿਆ ਵੀ ਇਹ ਹੈ ਕੀ। ਯਾਨੀ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਲੋਕਾਂ ਦੇ ਸਾਹਮਣੇ ਸਪਸ਼ਟ ਹੈ। ਲੋੜ, ਮੈਂ ਸਾਰੇ ਕਾਲਜ ਨਾਲ ਸਹਿਮਤ ਹਾਂ, ਮੈਂ ਸੁਣ ਰਿਹਾ, ਲੋੜ ਇਸ ਗੱਲ ਦੀ ਹੈ ਵੀ ਜਿਹੜੇ ਆ ਲੋਕ ਇੱਥੇ ਆ ਕੇ ਝੂਠ ਬੋਲਦੇ ਆ, ਉਹਨਾਂ ਨੂੰ ਨਾਲ ਦੀ ਨਾਲ ਹੀ, ਜਿਵੇਂ ਹੁਣ ਟਵਿੱਟਰ ਤੇ ਬਹੁਤ ਕੁਝ ਐਕਟਿਵ ਹੋ ਗਿਆ ਸਾਡਾ ਪੰਜਾਬ ਜਾਂ ਭਾਰਤ ਸਾਰਾ ਉੱਠ ਖੜਿਆ, ਉਹ ਇੱਥੇ ਵੀ ਉਹਨਾਂ ਨੂੰ ਜਵਾਬ ਦਿੱਤਾ ਜਾਵੇ। ਪਰ ਲੱਗਦਾ ਨਹੀਂ ਵੀ ਇਹ ਲੋਕ ਚੁੱਪ ਕਰਨਗੇ, ਕਿਉਂਕਿ ਜਿਨ੍ਹਾਂ ਨੇ ਬੇਸ਼ਰਮੀ ਧਾਰ ਲਈ, ਜਦੋਂ ਲਾਹਤੀ ਲੋਈ ਤੇ ਕੀ ਕਰੇਗਾ, ਕੋਈ ਵਾਲੀ ਗੱਲ ਹੈ। ਠੀਕ ਹੈ, ਅਸੀਂ ਆਪਣਾ ਫਰਜ਼ ਨਿਭਾਈ ਚੱਲੀਏ। ਇਹ ਲੋਕ ਹੈ ਜਿਹੜੇ ਇੱਕ ਨਾ ਇੱਕ ਦਿਨ ਇਹ ਨਾ ਫਿਰ ਦੰਦੀਆਂ ਜਿਹੀਆਂ ਕੱਢ ਕੇ ਆਪਣੇ ਵਿੱਚ ਹੀ ਫੇਰਾ ਵੜਦੇ ਆ, ਅਸੀਂ ਫਿਰ ਇਹਨਾਂ ਤੇ ਵਿਸ ਜਾਂਦੇ ਆ, ਸਾਨੂੰ ਵਿਸਾਹ ਕੇ ਹੀ ਮਾਰ ਰਹੇ ਇਹ। ਇਸ ਵੇਲੇ ਸਾਨੂੰ ਲੋੜ ਹੈ ਕਿ ਹਰ ਕਿਸੇ ਵੀ ਪੁਆਇੰਟ ਤੇ ਹੈ, ਟਵਿੱਟਰ ਤੇ ਹੈ, ਫੇਸਬੁੱਕ ਹੈ, WhatsApp ਹੈ, ਕਿਤੇ ਵੀ ਹੈ, ਉਸ ਤੇ ਸਾਨੂੰ ਸੱਚ ਸਾਹਮਣੇ ਲਿਆ ਕੇ ਉਹਨਾਂ ਸਾਰੇ ਕਿਸਾਨ, ਇਕੱਲੇ ਕਿਸਾਨ ਨਹੀਂ, ਕਿਸਾਨ, ਮਜ਼ਦੂਰ, ਮੁਲਾਜ਼ਮ, ਯਾਨੀ ਹਰ ਬੰਦਾ ਆਪਣਾ ਹੱਕ ਮੰਗ ਰਿਹਾ, ਆਪਣੀ ਹੋਂਦ ਵਾਸਤੇ ਲੜ ਰਿਹਾ, ਉਸ ਦਾ ਸਾਨੂੰ ਪੂਰੀ ਤਰ੍ਹਾਂ ਨਾਲ ਸਮਰਥਨ ਕਰਦੇ ਰਹਿਣਾ ਚਾਹੀਦਾ। ਉੱਥੇ ਇਹ ਵੀ ਗੱਲ ਆ ਰਹੀ ਹੈ, ਜਦੋਂ ਪਿੰਡਾਂ 'ਚ ਜਾ ਕੇ ਗੱਲ ਕਰਦੇ, ਉੱਥੇ ਜਾ ਕੇ ਟੈਲੀਫੋਨ ਕਰਦੇ ਆ, ਉਹ ਕਹਿੰਦੇ ਬਹੁਤ ਹੈ ਪੈਸੇ, ਹਾਲੇ ਸਾਡੇ ਕੋਲੇ ਬਹੁਤ ਹੈ, ਇਕੱਠੇ ਹੋ ਰਹੇ ਆ, ਸਾਰਾ ਕੁਝ ਹੈ, ਹਾਲੇ ਲੋੜ ਨਹੀਂ, ਪਰ ਸਾਨੂੰ ਤਿਆਰ ਰਹਿਣਾ ਚਾਹੀਦਾ। ਤੇ ਜਿਸ ਤਰ੍ਹਾਂ ਤੁਸੀਂ ਪੂਰੀ ਤਰ੍ਹਾਂ ਨਾਲ ਸਮਰਪਿਤ ਹੋ, ਸਾਰਾ ਚੈਨਲ ਸਮਰਪਿਤ ਹੈ, ਤੇ ਜਿਹੜੇ ਚੈਨਲ ਵਿਰੋਧ ਕਰਦੇ ਆ ਉਹਨਾਂ ਨੂੰ ਇੱਥੋਂ ਹੀ ਜਵਾਬ ਮਿਲ ਜੂਗਾ, ਨਹੀਂ ਤਾਂ ਫਿਰ ਫੇਸਬੁੱਕ ਤੇ, ਟਵਿੱਟਰ ਤੇ ਉਹਨਾਂ ਤੇ ਜਵਾਬ ਦੇ ਦਿਓ। ਬਹੁਤ ਧੰਨਵਾਦ, ਤੁਸੀਂ ਬੜੇ ਵਧੀਆ ਢੰਗ ਨਾਲ ਇਹ ਚਲਾ ਰਹੇ ਹੋ, ਤੇ ਪ੍ਰਮਾਤਮਾ ਕਰੇ ਵੀ ਛੇਤੀ ਸਾਡੇ ਹੱਕ ਮੰਗਦੇ ਲੋਕਾਂ ਦੀ ਜਿੱਤ ਹੋਵੇ, ਮਨੁੱਖਤਾ ਦੀ ਜਿੱਤ ਹੋਵੇ। ਇੱਕ ਗੱਲ ਤਾਂ ਲਾਤੀ ਨਾ, ਜਿਹੜੇ ਪੰਜਾਬ ਨੂੰ ਨਸ਼ੇੜੀ ਤੇ ਅੱਤਵਾਦੀ ਕਹਿੰਦੇ ਸੀ, ਅੱਜ ਬਾਬੇ ਨਾਨਕ ਦਾ ਉਹ ਲੰਗਰ ਮੈਂ ਕੱਲ ਦੇਖਿਆ, ਉਹ ਛੋਟੇ ਛੋਟੇ ਬੱਚੇ ਆ ਰਹੇ ਆ, ਕੀ ਖਾ ਰਹੇ ਆ, ਆਹ ਖਾ ਰਹੇ ਆ, ਕਿੱਥੋਂ ਲਿਆਏ ਆ, ਉਹ ਬਾਂਟ ਰਹੇ ਆ। ਉਹ ਕਹਿੰਦਾ ਉਹ ਕੌਣ ਹੈ, ਉਹ ਛੋਟਾ ਬੱਚਾ ਕਹਿੰਦਾ ਉਹ ਸਰਦਾਰ ਹੈ। ਇਹ ਇੱਕ ਬਹੁਤ ਵਧੀਆ ਮਿਸਾਲ ਸਾਡੇ ਸਾਹਮਣੇ ਪੇਸ਼ ਹੋਈ ਹੈ। ਪਰਮਾਤਮਾ ਕਰੇ ਸਾਰਿਆਂ ਨੂੰ ਸਮਤ ਬਖਸ਼ੇ ਤੇ ਇਹ ਇਕੱਠੇ ਰਹਿਣ। ਇਹ ਜਿਹੜੇ ਮੋਦੀ ਹੋਣੀ ਤੇ ਸਾਰੇ ਆ, ਇਹ ਬਹੁਤ ਛੇਤੀ ਭੱਜ ਜਾਣਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧਾਲੀਵਾਲ ਆਖਰੀ ਕਾਲਰ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਰੀਰ ਸਿੰਘ ਗੱਲ ਜੀ, ਮੈਂ ਪਹਿਲੀ ਗੱਲ ਕਰਦਾ 84 ਵਾਲਿਆਂ ਦੀ। ਉਦੋਂ ਮੀਡੀਆ ਇੰਨਾ ਹੈ ਨਹੀਂ ਸੀਗਾ ਤੇ ਪ੍ਰਚਾਰ ਹੋਇਆ ਬਹੁਤ ਉਲਟ। ਜਿੰਨੀ ਵਾਰੀ ਅਸੀਂ ਦਰਬਾਰ ਸਾਹਿਬ ਗਏ ਆ, ਹਿੰਦੂ ਭਾਈਚਾਰਾ, ਮੁਸਲਮਾਨ ਭਾਈਚਾਰਾ ਸਾਰਾ ਹੁੰਦਾ ਸੀ ਉੱਥੇ, ਤੇ ਬਾਕੀ ਰਹਿੰਦੀ ਖੁੰਦੀ ਕਸਰ ਕੱਢੀ ਆਪਣਿਆਂ ਨੇ। ਮਰਜੀਵੜਿਆਂ ਚ ਅਰਦਾਸ ਸੀਗਾ ਲੱਖ ਬੰਦਾ, ਤੇ ਮਗਰੋਂ ਰਹਿ ਗਏ ਸੈਂਕੜੇ। ਬਾਕੀ ਜਿਹੜਾ ਆ ਚੱਲਦਾ ਜੀ ਸੰਘਰਸ਼ ਬਹੁਤ ਵਧੀਆ। ਦੋ ਪ੍ਰਾਪਤੀਆਂ ਤਾਂ ਇਹਨਾਂ ਦੀਆਂ ਹੋ ਗਈਆਂ ਬਹੁਤ ਵੱਡੀਆਂ। ਇੱਕ ਤਾਂ ਪ੍ਰਾਪਤੀ ਇਹ ਆ, ਜਿਹੜੇ ਇਹਨਾਂ ਸਿਆਸੀ ਬੰਦੇ ਨੇੜੇ ਨਹੀਂ ਲੱਗਣ ਦਿੱਤੇ, ਨਹੀਂ ਹੁਣ ਨੂੰ ਭੋਗ ਪੈ ਜਾਣਾ ਸੀ। ਦੂਜੀ ਪ੍ਰਾਪਤੀ ਇਹ ਜਿਹੜਾ 35 ਸਾਲਾਂ ਚ ਕਿਸੇ ਪਾਰਟੀ ਤੋਂ, ਪੰਜਾਬੀ ਤੋਂ, ਕਿਸੇ ਜਥੇਬੰਦੀ ਤੋਂ ਇਹ ਨਹੀਂ ਸੀ ਕਲੀਅਰ ਹੋਇਆ ਵੀ ਪੰਜਾਬੀ ਕੀ ਆ। ਇਹਨਾਂ ਨੇ ਸਾਰੀ ਦੁਨੀਆ ਚ ਕਲੀਅਰ ਕਰਤਾ।
ਵੀ ਪੰਜਾਬੀ ਸਾਰੇ ਇਕੱਠੇ ਆ ਆਪਦੇ ਹੱਕ ਲੈਣ ਦੀ ਖਾਤਰ, ਸਭ ਜਾਨੀ ਉੱਥੇ ਬੈਠੇ ਆ। ਇਹ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ। ਬਾਕੀ ਤੁਹਾਡਾ ਧੰਨਵਾਦ ਜੀ, ਬਹੁਤ ਵਧੀਆ ਪ੍ਰੋਗਰਾਮ ਲਿਆ। ਸਤਿ ਸ੍ਰੀ ਅਕਾਲ ਜੀ। ਕਾਲ ਜੀ। ਤਾਂ ਹਰਜਿੰਦਰ ਸਿੰਘ ਜੀ, ਲਾਈਨ ਨੰਬਰ 3 ਕੀ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੈਲੋ। ਹਾਂ ਜੀ ਵੀਰ ਜੀ, ਜਿਹੜਾ ਥੋੜਾ ਜਿਹਾ ਚੱਲ ਰਿਹਾ, ਇੱਕ ਕਾਲਰ ਬੋਲ ਕੇ ਗਿਆ ਵੀ ਜਿਹੜੇ ਇਸ ਟਾਈਮ ਯੂਨੀਅਨ ਦੇ ਲੀਡਰ ਆ ਉਹ ਇੰਨੇ ਨਹੀਂ ਵਧੀਆ ਜਿੱਦਾਂ ਕਿ ਪਹਿਲਾਂ ਸੰਤਾਂ ਦੀ ਗੱਲ ਕਰਕੇ ਉਹਨਾਂ ਨਾਲ ਕੰਪੇਅਰ ਕਰਨ ਦੀ। ਪਰ ਮੈਂ ਦੇਖਿਆ ਜਿੰਨੇ ਇਹ ਆਪਣੇ ਲੀਡਰ ਬੈਠੇ ਆ ਇੰਨੇ ਵਧੀਆ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਜਵਾਬ ਦੇ ਰਿਹਾ, ਉਹਨਾਂ ਨੂੰ ਤਾਂ ਮੂਹਰੇ ਉਹਨਾਂ ਦੇ ਕੋਈ ਜਵਾਬ ਹੀ ਨਹੀਂ ਆ ਰਿਹਾ। ਜਿਹੜੀ ਇੰਟਰਵਿਊ ਉਹਨਾਂ ਦੀ ਸੁਣ ਲਓ, ਜਿਹੜੀ ਦੇਖ ਲਓ, ਉਹਦੇ ਵਿੱਚ ਉਹ ਐਨ ਉਹਨਾਂ ਨੂੰ ਲਾਜਵਾਬ ਕਰ ਰਹੇ ਆ। ਹਰ ਮੈਂਬਰ ਜਿਹੜਾ ਉਸ ਉੱਤੇ ਬੈਠਾ ਉਹ ਕਰ ਰਿਹਾ, ਤਦੇ ਹੀ ਉਹਨਾਂ ਨੂੰ ਇੰਨੀ ਸਪੋਰਟ ਮਿਲ ਰਹੀ ਆ। ਦੂਜੀ ਗੱਲ ਇੱਕ ਇਹ ਜੀ, ਜਿਹੜੀ ਤੁਸੀਂ ਕਹਿੰਦੇ ਵੀ ਸਾਡੀ ਕੌਮ ਉਹ ਜਿਹੜੇ ਏਦਾਂ ਚੱਲਦੇ ਆ ਉਹਨਾਂ ਨੂੰ ਸਿਰ ਤੇ ਬਿਠਾਉਂਦੀ ਆ, ਜਿਹੜੇ ਗਦਾਰ ਬੰਦਿਆਂ ਨੂੰ। ਅਸੀਂ ਤਾਂ ਦੇਖ ਲਓ ਜੀ, ਜਿਹੜੇ ਕੋਲ 80 ਖੇਤ ਸੀ ਉਹਨੇ 8000 ਬਣਾ ਲਿਆ, 5000 ਹੀ ਉਹਨੂੰ ਮੁੱਖ ਮੰਤਰੀ ਬਣਾ ਦਿੱਤਾ। ਜਿਹੜੀਆਂ 50 ਬੱਸਾਂ ਸੀ ਉਹ 600 ਬੱਸ ਬਣਾਈ ਫਿਰਦਾ। ਹਾਲੇ ਵੀ ਉਹਨੂੰ ਕਹਿੰਦੇ ਵੀ ਉਹਦੇ ਵਰਗਾ ਤਾਂ ਕੋਈ ਹੈ ਨਹੀਂ ਗਾ। ਸਾਡੀ ਕੌਮ ਦਾ ਇਹ ਬਹੁਤ ਵੱਡਾ ਦਿਖਾ ਦਿਆ ਕਿ ਅਸੀਂ ਦੇਖਦੇ ਨਹੀਂ, ਅੱਖਾਂ ਨਹੀਂ ਖੋਲਦੇ, ਤੇ ਹੁਣੇ ਹੀ ਉਹਨਾਂ ਨੂੰ ਲਾ ਲਓ ਸੱਪਾਂ ਨੂੰ। ਥੈਂਕ ਯੂ ਜੀ। ਧੰਨਵਾਦ ਜੀ। ਮੈਂ ਸਹੀ ਕਰ ਦਵਾਂ, ਗੋਲਡੀ ਦਿਓਲ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਸੰਤਾਂ ਤੇ ਯੂਨੀਅਨ ਦੇ ਲੀਡਰਾਂ ਦੀ, ਉਹਨਾਂ ਨੇ ਗੱਲ ਇਹੀ ਕੀਤੀ ਸੀ ਬਈ ਅੱਜ ਮਨੁੱਖੀ ਅਧਿਕਾਰਾਂ ਦੇ ਦਿਨ ਤੇ ਤੁਸੀਂ ਨਕਸਲੀ ਤੇ ਕਸ਼ਮੀਰ ਦੇ ਵਿੱਚ ਫੜੇ ਹੋਏ ਬੰਦਿਆਂ ਦੀਆਂ ਫੋਟੋਆਂ ਲਾਈਆਂ ਨੇ, ਉਹਦੇ ਵਿੱਚ ਜੱਗੀ ਜੌਲ ਤੇ ਪੰਜਾਬ 'ਚ ਜਿਹੜੇ ਫੜੇ ਨੇ ਉਹਨਾਂ ਦੀਆਂ ਵੀ ਲਾਉਣੀਆਂ ਚਾਹੀਦੀਆਂ। ਇੱਕ ਤਾਂ ਉਹ ਕਹੀ ਸੀ। ਬਾਕੀ ਉਗਰਾਹਾਂ ਗਰੁੱਪ ਦਾ ਜਿਹੜਾ ਐਕਸ਼ਨ ਹੈ ਉਹਦੇ ਤੇ ਲੋਕਾਂ ਨੂੰ ਬੜਾ ਗੁੱਸਾ ਹੈ। ਉਹ ਕਿਉਂਕਿ ਕੋਈ ਜਕਾਰਾ ਵੀ ਲਾਉਂਦਾ ਉਗਰਾਹਾਂ ਗਰੁੱਪ, ਉਹਨਾਂ ਨੂੰ ਲਾਉਣ ਨਹੀਂ ਦਿੰਦਾ। ਐਮੀ ਵਿਰਕ ਨੂੰ ਲਾਉਣ ਨਹੀਂ ਦਿੱਤਾ ਕੱਲ, ਤੇ ਉਹਦਾ ਕਰਨਾ, ਕੰਮ ਕਰਨਾ, ਤੇ ਉਹਦੀ ਕੁਝ ਲੀਡਰਸ਼ਿਪ ਵਾਲੀ ਕੋਈ ਸਕਿੱਲ ਨਹੀਂ ਹੈ ਜਿਵੇਂ ਲੀਡਰ ਗੱਲ ਕਰਦਾ ਹੁੰਦਾ। ਲੀਡਰ ਦਾ ਕੀ ਮਤਲਬ ਮੀਡੀਆ ਦੇ ਮੂਹਰੇ ਦੰਦੀਆਂ ਕੱਢੀ ਜਾਣੀਆਂ, ਉਹਦੀ ਨਹੀਂ ਕਹਾਣੀ ਹੈ। ਉਹ ਮੁੱਢੋਂ ਸੁੱਢੋਂ ਲੋਕ ਉਸ ਨੂੰ ਰੱਦ ਕਰਦੇ ਆ। ਤੇ ਖਨੌਰੀ ਵਾਲਾ ਬਾਰਡਰ ਵੀ ਉਹ ਟੱਪਦਾ ਨਹੀਂ ਸੀ, ਉਹ ਤਾਂ ਨਾਲ ਦੇ ਉਹਦੇ ਬੰਦੇ ਲੈ ਕੇ ਉਸ ਨੂੰ ਗਏ ਨੇ। ਉਹਦਾ ਸੈਕਟਰੀ ਆ ਜਿਹੜਾ ਸੁਖਦੇਵ ਸਿੰਘ, ਉਹਨੇ ਅੱਜ ਫੇਸਬੁੱਕ ਤੇ ਜਿਹੜੀਆਂ ਫੋਟੋਆਂ ਪਾਈਆਂ, ਉਹਨੂੰ ਵੀ ਪੁੱਛਿਆ ਇੱਕ ਦਾਨਸ਼ਮੰਦ ਸਿੱਖ ਨੇ, ਕਹਿੰਦਾ ਜੱਗੀ ਦੀ ਪਾ ਲੈਂਦੇ, ਕਹਿੰਦਾ ਜੱਗੀ ਕੌਣ ਹੈ। ਸੋ ਇਹਨਾਂ ਦਾ ਮਦਦ ਕੌਮ ਤੋਂ ਲੈਣਾ ਤੇ ਉਹਨੂੰ ਪਿੱਠ ਕਰਨਾ ਉਹਦੀ ਗੱਲ ਸੀ। ਹੁਣ ਮੇਰੇ ਨਾਲ ਡਾਕਟਰ ਪ੍ਰਾਂਸ਼ੂ ਨੇ, ਹੋਮਿਓਪੈਥੀ ਦੇ ਬਹੁਤ ਫੇਮਸ ਐਕਚੁਅਲੀ ਫੈਮਿਲੀ ਆਫ ਹੋਮਿਓਪੈਥ ਡਾਕਟਰਸ ਆ ਇਹ, ਪਟਨਾਗਰ ਦਿੱਲੀ ਬੇਸ ਨੇ, ਪਰ ਡਾਕਟਰ ਪ੍ਰਾਂਸ਼ੂ ਇੱਥੇ ਰਹਿ ਰਹੇ ਨੇ। ਹੋਇਆ ਕੀ ਕਿ ਕੁਝ ਜਾਣ ਦੇ ਬੰਦੇ ਢਿੱਲੇ ਹੋ ਗਏ ਤੇ ਕਾਫੀ ਉਹਨਾਂ ਨੂੰ ਪ੍ਰੋਬਲਮ ਸੀ, ਤੇ ਡਾਕਟਰ ਪ੍ਰਾਂਸ਼ੂ ਨੇ ਉਹ ਠੀਕ ਕੀਤੇ ਤੇ ਅਸੀਂ ਆਪਸ ਵਿੱਚ ਦੋਸਤ ਬਣ ਗਏ। ਪਿਛਲੇ 5-7 ਮਹੀਨੇ ਤੋਂ ਇੱਥੇ ਮੂਵ ਹੋਏ ਨੇ। ਸੋ ਉਹਨਾਂ ਦੀ ਹੁਣ ਉਹ ਪਹਿਲਾਂ ਆ ਕੇ ਸੈਟਲ ਹੁੰਦੇ ਸੀ, ਫਿਰ ਉਹ ਇੱਥੇ ਦਾ ਸਿਸਟਮ ਦੇਖਦੇ ਰਹੇ ਵੀ ਇੱਥੇ ਹੋਮਿਓਪੈਥੀ ਕਿਵੇਂ ਚੱਲਦੀ ਹੈ। ਅੱਜ ਮੇਰੇ ਨਾਲ ਨੇ, ਡਾਕਟਰ ਪ੍ਰਾਂਸ਼ੂ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਫੈਮਿਲੀ ਬਾਰੇ, ਹੋਮਿਓਪੈਥੀ ਬਾਰੇ, ਤੇ ਅਗਲੀਆਂ ਸੈਗਮੈਂਟਸ ਦੇ ਵਿੱਚ ਆਪਾਂ ਬਿਮਾਰੀ ਕੱਲੀ ਦੇ ਹਿਸਾਬ ਦੇ ਨਾਲ ਗੱਲਬਾਤ ਕਰਾਂਗੇ। ਡਾਕਟਰ ਪ੍ਰਾਂਸ਼ੂ ਹਿੰਦੀ ਬੋਲਣਗੇ ਪਰ ਪੰਜਾਬੀ ਸਮਝਦੇ ਨੇ। ਦਿੱਲੀ 'ਚ ਸਾਰੇ ਪੰਜਾਬੀ ਸਮਝਦੇ ਨੇ। ਮੈਂ ਪੰਜਾਬੀ 'ਚ ਗੱਲ ਕਰੂੰਗਾ ਤੇ ਉਹ ਹਿੰਦੀ 'ਚ ਗੱਲ ਕਰ ਲੈਣ। ਡਾਕਟਰ ਪ੍ਰਾਂਸ਼ੂ ਪਟਨਾਗਰ ਜੀ, ਤੁਹਾਡਾ ਸਤਿ ਸ੍ਰੀ ਅਕਾਲ। सत श्री अकाल हरजीत जी, थैंक यू सो मच। हेलो एवरीवन, मैं प्रांशु भटनागर, मैं एक होम्योपैथिक फिजिशियन हूँ। I've been doing practicing homeopathy for past 15 years. I come from a family of my background is like my grandfather was a homeopath. He practiced for almost 30 years. मेरे फादर साहब उनको 40 साल हो गए होम्योपैथी प्रैक्टिस करते हुए, और I'm continuing with the legacy. मैं पिछले 15 साल से I've been continuing, over 15 years I've been doing homeopathy so far, and I'm proud of being called as the third generation of homeopath in the same family. So मैं बचपन से देखता आया होम्योपैथी किस तरीके से वर्क करती है। अपने फादर को देखा मैंने, तो जिस तरीके से वो इतने क्रिटिकल केसेस डील करते थे और जिस कॉन्फिडेंस के साथ वो डील करते थे, तो जब मेरी बारी आई अपना प्रोफेशन चूज करने की, तो आई डेफिनेटली वांटेड टू चूज होम्योपैथी, एंड
After going for the studies, I started practicing. And so, you know, in Delhi, we have a clinic by the name of Dr. B.L. Bhatnagar Homeopathic Health Center. So it was established in 1960. So we've been quite lucky, you know, हमारे पास बहुत सारे chronic ailments के पेशेंट आने शुरू हुए gradually, धीरे धीरे करके, especially in the field of cancer, kidney failures, like, you know, जहाँ पे conventional medicines, जो allopathic medicines हैं, जहाँ वहाँ वो आंसर नहीं कर पाती थी उनको, या उनको मना कर दिया जाता था कि now we cannot do anything, आप कुछ और ट्राई कर लीजिए. तो उस कंडीशन में पेशेंट्स आने शुरू हुए. एंड आई वुड से कि बहुत आई फाइंड माई सेल्फ टू बी लकी कि होम्योपैथी के थ्रू उनकी लाइफ में बहुत मेजर डिफरेंसेस आए. तो डेफिनेटली, यू नो, आज हमारे पास बहुत सारे डॉक्यूमेंट्स इकट्ठे हैं, मोर देन हंड्रेड्स ऑफ केसेस जहाँ पे कैंसर पेशेंट्स के अंदर वी वर एबल टू हेल्प बाय रिग्रेसिंग देयर डिजीज. तो जब हम किसी कैंसर पेशेंट को डील करते हैं तो हमारा मेन टास्क क्या होता है, वी हैव टू बेसिकली गिव अ गुड क्वालिटी ऑफ लाइफ टू द पेशेंट, की जो अब आगे लाइफ बची है पेशेंट की, दैट शुड बी विद गुड क्वालिटी, विद लीस्ट अमाउंट ऑफ पेन, विद लॉट ऑफ ईज. सो you know, we started dealing with them and keeping this thing in mind, and against all the surprise, you know, we started getting good results. So in so many cases we saw that tumor धीरे धीरे regress करने शुरू हुए. जहाँ expectancy of life 1 या 2 महीना समझती थे, वहाँ उनकी life कई साल बढ़ी, कई folds में बढ़ी है. So and you know, with the evidence of modern medicine, we were able to prove it. So yeah. This is what I want to share so far. No, thank you, Dr. Pranshu. अच्छा, एक दस्सिओ, जिथों ਅਸੀਂ ਆਏ ਆ ਪਿੰਡਾਂ ਦੇ ਵਿੱਚੋਂ, ਉੱਥੇ ਹੋਮਿਓਪੈਥੀ ਪੰਜਾਬ 'ਚ ਬਹੁਤ ਘੱਟ ਪ੍ਰੈਕਟਿਸ ਹੁੰਦੀ ਸੀ. 20-25 ਸਾਲ ਪਹਿਲਾਂ ਲੋਕ ਹੱਸਦੇ ਸੀ ਪਿੱਠੀਆਂ ਗੋਲੀਆਂ ਨਾਲ ਕੀ ਹੋਣਾ. ਤੇ ਪਰ ਜਦ ਮੈਂ ਹੋਮਿਓਪੈਥੀ ਬਾਰੇ ਤੁਹਾਡੇ ਨਾਲ, ਹਰਵੀਰ ਗਰੇਵਾਲ ਮੇਰੇ ਦੋਸਤ ਨੇ, ਸਾਡੇ ਹਰਦੇਵ ਸਿੰਘ ਬਿਲਿੰਗ ਦੋਸਤ ਨੇ, ਜਿਹੜੇ ਜਿਨ੍ਹਾਂ ਸਾਰੀ ਜ਼ਿੰਦਗੀ ਹੋਮਿਓਪੈਥ ਕੀਤੀ, ਉਹ ਇਹ ਕਹਿੰਦੇ ਆ ਵੀ ਹੋਮਿਓਪੈਥੀ ਤਾਂ ਐਲੋਪੈਥੀ ਦੇ ਨਾਲੋਂ ਜਲਦੀ ਕੰਮ ਕਰਦੀ ਹੈ. ਅੱਛਾ, ਹੋਮਿਓਪੈਥੀ ਦੀ ਜੇ ਐਸੈਂਸ ਦੱਸਣੀ ਹੋਵੇ ਅੱਜ ਸੁਣਨ ਵਾਲਿਆਂ ਨੂੰ, ਨਵੀਂ, ਅੱਜ ਉਹਨਾਂ ਨੂੰ ਫਸਟ ਪਹਿਲੇ ਦਿਨ ਹੋਮਿਓਪੈਥੀ ਬਾਰੇ ਸਮਝਾਉਣਾ ਹੋਵੇ, ਹੋਮਿਓਪੈਥੀ ਦੀ ਜਿਹੜੀ ਇਹ ਥੈਰੇਪੀ ਹੈ, ਹੋਮਿਓਪੈਥੀ ਟ੍ਰੀਟਮੈਂਟ ਹੈ, ਉਹਨੂੰ ਤੁਸੀਂ ਕਿਵੇਂ ਸਮਝਾ ਸਕਦੇ? होम्योपैथी काम किमें कर दी? जी जी जी, मैं देखिए अगर मैं इसको बड़े सिंपल वर्ड्स में एक्सप्लेन करने की कोशिश करूं तो ये बेसिकली आपकी बॉडी की इम्यून सिस्टम को, सेल्फ हीलिंग पावर को एनहांस करने का काम करती है. तो जब हम किसी भी होम्योपैथिक मेडिसिन का सेवन करते हैं तो हमारी बॉडी की जो सेल्फ हीलिंग पावर है, जो नेचर ने हमारे को खुद को दी हुई है, वो एनहांस होती है, वो बढ़ती है उससे. तो जैसे कि मैं आपको एक एग्जांपल देना चाहूंगा, होम्योपैथी जो होती है वो वर्क करती है ऑन द प्रिंसिपल ऑफ सिमिलियस क्यूरेंटर. लाइक इसका साधारण मतलब ये हुआ कि मान लीजिए आज मेरे को मधुमक्खी ने काट लिया और मेरे हाथ पे सूजन आ गई. अब अगर मैं मधुमक्खी से के जहर से बनी हुई दवाई को उसको डाइल्यूट अप करके लेता हूँ तो मेरी सूजन में बहुत मेरे को डिफरेंस देखने को मिलेगा. तो ये एक अपने आप में थोड़ा कॉन्ट्ररी एक कॉन्सेप्ट भी डेवलप करता है मॉडर्न मेडिसिन के साथ कि भाई आप तो डाइल्यूट कर रहे हो चीजों को. जो एक सबसे बड़ा वेस्टर्न मेडिसिन का और होम्योपैथी का मिसअंडरस्टैंडिंग है, वो मैं उसको मिसअंडरस्टैंडिंग नहीं कहूंगा, वो अपनी जगह सही है. What they have to say is that होम्योपैथी का जो बिगेस्ट प्रॉब्लम आता है वो ये है कि आप होम्योपैथी में जो दवाई लेते हैं वो बहुत ही अल्ट्रा डाइल्यूटेड डोजेज होती है जिसके अंदर एक्टिव इंग्रेडिएंट ही नहीं मिल पाता. तो जब हम उसको डिटेक्ट करते हैं तो दे आर अनेबल टू सी द एक्टिव इंग्रेडिएंट. तो इसीलिए जो मॉडर्न मेडिसिन है वो ये कहती है कि भाई इसमें तो किसी प्रकार की कोई दवाई नहीं है, तो हाउ इट इज वर्किंग, दैट्स व्हाई दे कॉल इट प्लेसिबो. But if you talk about there's so many I would say double-blind trials have been taken. There's so many experiments which have been done, and it has been accepted in over 80 countries so far. And internationally बहुत सारे पैरामीटर्स हैं जिसके थ्रू हमने इसके एफिकेसी को, इसके ड्रग्स को प्रूव किया है. ऑलमोस्ट 300 डबल ब्लाइंड ट्रायल्स हुए हैं अभी तक वर्ल्ड वाइड जिसके अंदर उसकी एफिकेसी हैज बीन प्रूवन अप. और
देखिए, इसका मैं दूसरा आंसर आपको अगर बोलूं तो होता क्या है कि कोई एक नेगेटिव न्यूज किसी भी चीज के बारे में होती है ना, तो इट स्प्रेड्स लाइक वाइल्ड फायर। आज होम्योपैथी के बारे में कोई नेगेटिव खबर छपेगी ना तो वो सबको पता चल जाएगी, बट अगर किसी तरीके की पॉजिटिव न्यूज आती है तो वेरी फ्यू पीपल हु हैव एक्चुअली कंसर्न या जो एक्चुअल में चाहते हैं होम्योपैथी वो ही कलेक्ट कर पाते हैं। जैसे मैं आपको एग्जांपल देना चाहूंगा कि यू नो in US itself, there's one doctor called Dr. Luke Montagnier. So he's the one who's a Nobel laureate. उन्होंने वर्क किया है HIV के वायरस के ऊपर और 2008 में उनको नोबेल पुरस्कार मिला था। और उन्होंने एक बेसिकली यू नो एक्सपेरिमेंट किया ऑन द मॉडल ऑफ होम्योपैथी वेयर ही एक्सट्रैक्टेड अ DNA ऑफ अ बैक्टीरिया और उसके ऊपर उन्होंने अल्ट्रा डाइल्यूशन, जैसे होम्योपैथी में हम डाइल्यूट करके देते हैं, तो ही वाज एबल टू यू नो सी द ट्रेस ऑफ दैट बैक्टीरिया द DNA इन अल्ट्रा डाइल्यूशन। तो उन्होंने ये चीज बोली, कहते हैं जो अल्ट्रा डाइल्यूशन होम्योपैथी के हैं वो करेक्ट हैं, बट अभी हमें ये नहीं पता कि वो कैसे वर्क करते हैं, यू नो वी आर स्टिल लर्निंग। सो अगेन देयर वाज वन मोर स्टडी व्हिच वाज डन इन IIT Mumbai where the scientists what they did they basically took out 3 metals से उन्होंने दवाई, जैसे ऑरम मेटालिकम जो गोल्ड से बनती है, अर्जेंटम नाइट्रिकम जो सिल्वर से बनती है, उन्होंने उस मेडिसिन को 200 पोटेंसीज के अंदर इलेक्ट्रॉन माइक्रोस्कोप में जब चेक किया तो दे वर एबल टू फाइंड आउट द नैनो पार्टिकल्स ऑफ दोज मेटल्स एंड अगेन यू नो दे वर वेरी मच सरप्राइज कि इतनी हाई डाइल्यूशन के बाद भी ये पार्टिकल्स यहाँ कैसे आए, तो जो कि आज की केमिस्ट्री के हिसाब से पॉसिबल नहीं है। बट दे स्टिल यू नो ट्राइंग टू फाइंड इट आउट कि किस तरीके से काम कर रही है। दे आर वैलिडेटिंग द स्टडीज कि हाउ दीज पार्टिकल्स बिहेव इन अ यू नो सेलुलर मैनर, आयनिक रिस्पॉन्स क्या है इनका। तो अभी तक they don't have any scientific platform to explain all these things, but yes, it is working. And जहाँ तक रही बात, देखिए ये होम्योपैथी के वर्क करने की, ये तो फिर फैक्ट है कि जब से ये एग्जिस्टेंस में आई है तब से ये यू नो इट हैज बीन क्रिटिसाइज्ड लाइक एनीथिंग, बट on the contrary it's still growing. You know, so many people have started looking towards the alternate system of medicine, especially in India it is very much popular. Why? Because you know people have realized it. People have started looking at yoga, natural healing, you know, all these naturopathy. Why it is getting more and more accepted? Because people have started realizing it up. So, because the healing comes from within, you know. So, this is what I have to say about it. Okay, no problem. अपनी पहली हले इंटरव्यू है, तुसी पहला इस तरह कीता नहीं, टेक इट इजी, जिन्हें तुहानू आंसर प्रॉपर देना है उस तरह दिओ। मैं एक ब्रेक ले लवां, ब्रेक लैन तो बाद आप फर्दर अज मैं इंट्रोडक्शन देनी चाहना होम्योपैथी के बारे, होम्योपैथी मेडिसिन के बारे। आप नैक्सट मेडिसिन तो पहला डायग्नोज तुसी किवें करदे हो, डायग्नोस्टिक्स है ओदा की है, ओदा प्रोसेस की है, कोई अलामत देखदा है, कोई गल करके फिर बुक पढ़न चल जाता, बुक चों देखदा है। तो इस अलग अलग फिजिशियन अलग अलग गल करते हैं। फैमिली ऑफ होम्योपैथ्स पटनागर्स, इन्हां दी गलबात जिहड़े घर दे विच पिछले अबाउट 70 सालां तो होम्योपैथी की प्रैक्टिस है, उन्हां दे 3rd जनरेशन डॉक्टर प्रांशु पटनागर, जिहड़े कि असल मैनूं खुशी इस गल दी इन्हां नूं इंट्रोड्यूस करन दी कि दिल्ली दे विच इन्हां दा क्लिनिक मैं देखिया गरीब लोकां नूं जिहड़ा सर्व करदे ने, जिहड़ा दिल्ली दे विच ट्यूमर वाले, कैंसर वाले एम्स दे विच जां विधाता दे विच, मेरा ख्याल विधाता ही ओहदा नाम हॉस्पिटल दा बड़ा, ते ओहदे च जा नहीं सकदे, वो फिर इन्हां कोल आउंदे। ते डॉक्टर पंकज पटनागर जिहड़े प्रांशु उन्हां दे फादर ने, सच ए नोबल पर्सनैलिटी, सो हंबल, सो डाउन टू अर्थ, ते बहुत साऊ इंसान। मैं वपारक संदेशा तो बाद वापस आके डॉक्टर प्रांशु पटनागर नाल गल कर। डॉक्टर प्रांशु पटनागर मेरे नाल ने। होम्योपैथी दी अज इंट्रोडक्शन मैं हले पहला उन्हां नाल गलबात है, आउण वाले नैक्सट वीक भी ये होम्योपैथी इलाज प्रणाली किवें काम करदी है। अच्छा डॉक्टर प्रांशु, अपने कोल अप्रोक्सीमेट 7 मिनट ने। हुण तुसीं मैनूं बीइंग ए डॉक्टर ये समझाओ, फैमिली दे विचों तजुर्बे तो ये दस्सिओ कि जब तुहाडे कोल कोई पेशेंट आउंदा कोई बीमारी लैके, उहनूं फिर तुसीं
किस तरह डायग्नोज करते हो? होम्योपैथी का बेस की है मेरा लभण का, क्योंकि होर तो कुछ नहीं। हाँ, पर तुहाडी इलाज प्रणाली अलग है, तुसीं टैसट वगैरह भी देखते हो। पहला टैसट वगैरह नहीं सी देखते, बंदे अलामतां वेख के, बंदे दी चेहरा वेख के, हैबिट्स वेख के, खाना पीना उठना बैठना पुछ के, एक किताब पढ़ते एक वड्डी सारी, वो किताब चो फिर देखते, फिर वो दवाई दिंदे। की बेस है किसी पेशेंट नूं जद कोई मरीज आउंदा उहनूं चैक करदे हो भी इहदी बीमारी किहो जी है ते किवें है? होम्योपैथिक किस तरह काम करता जी? जी सर, हरजी जी देखिए, होता क्या है कि होम्योपैथी में बेसिकली आपको इंडिविजुअलाइज करना होता है एक पेशेंट को। मेरा कहने का मतलब है कि मान लीजिए 2 आदमी हैं, दोनों को सेम बीमारी है, बट जब दवाई उनको दी जाएगी तो हो सकता है वो सेम दवा ना मिले उनको। मान लीजिए 2 आदमियों को सर दर्द है, और अगर हम जब दवाई उनको देंगे तो हो सकता है कि एक को हम दूसरी दवाई दें और दूसरे को दूसरी दें। तो व्हाई इज दैट? बिकॉज होम्योपैथी बिलीव्स कि हर आदमी अपने आप में एक डिफरेंट है। तो अच्छा, जब ये होम्योपैथी डिस्कवर हुई थी उस टाइम में इतना टेस्ट इन्वेस्टिगेशंस नहीं होते थे, तो उस टाइम के हिसाब से ये जो इंडिविजुअलाइजेशन की बात है, दिस इज समथिंग इट्स मच मोर मेक सेंस कि कोई टेस्ट नहीं होता था, तो किस आधार पे आप दवाई चूज करके दो। तो होम्योपैथी ओवरऑल डेवलप ही इस हिसाब से हुई कि सिम्टम सिमिलैरिटी की, किसी को अगर कोई बीमारी है तो उसके सिम्टम्स नोट डाउन करो, जैसे कि आपको रात में फीवर आया, रात में स्लीप कैसी आई, इस तरीके से बहुत सारे एक मेंटल सिम्टम्स के बेसिस पे सिम्टम्स इकट्ठे करे जाते हैं, फिजियोलॉजिकल पार्ट पे देखे उसके बेसिस पे आप एक दवाई चूज करके देते हो। तो वो जो डॉक्टर्स किताब खोल करके बैठते हैं वो रिपीटराइजेशन होता है, वो एक बहुत एसेंशियल पार्ट है होम्योपैथी का, जिसके थ्रू दे मेक श्योर कि दे आर चूजिंग द मोस्ट क्लोजेस्ट चोजन रेमेडी, जो उस पेशेंट के सबसे नियरेस्ट होनी चाहिए, वो रेमेडी वो चूज करके दे रहे हैं। बट नाउ टाइम्स हैव चेंज्ड, व्हाट वी स्टार्टेड डूइंग मोर ऑन अ बेसिस ऑफ इन्वेस्टिगेशन। लाइक हम लोगों की जो प्रैक्टिस जो मैंने अपने फादर से देखी और उनके एक्सपीरियंस से सीखा, उसमें ये कि आज की डेट में मॉडर्नाइजेशन, क्योंकि मॉडर्न टूल्स अवेलेबल हैं, बट हम उसका पूरा यूटिलाइजेशन नहीं उठा पा रहे। तो आज की डेट में हम लोगों ने क्या करना शुरू किया कि इन्वेस्टिगेशन कराने शुरू किए कि लेट्स से कि इफ अ पेशेंट कम्स टू मी विद लेट्स से कैंसर, तो वी गो फॉर अ पेट स्कैन। तो एक पेट सीटी जब उस पेशेंट का होता है तो हमें पता चल जाता है कि उसकी बॉडी में कहाँ कहाँ पे वो कैंसर है। उसी प्रकार जो हम दवाइयां जब हम उसको चूज करके देते हैं, तो होम्योपैथी में कुछ दवाइयों का एक्शन पर्टिकुलर ऑर्गन स्पेसिफिक होता है। मान लीजिए किसी एक पेशेंट को प्रोस्टेट में कैंसर हुआ और उसके मेटास्टैसिस वो एक्सटेंड कर गया बोन्स में, लंग्स में, ब्रेन में, तो ऑन दैट बेसिस उस इन्वेस्टिगेशन के थ्रू मुझे पता चल गया कि उसको कहाँ कहाँ पे कैंसर हुआ है, कहाँ तक उसका स्प्रेड हुआ है। ऑन दैट बेसिस आई विल ट्राई टू चूज द रेमेडी विच हैज द एक्शन अपॉन दैट स्पेसिफिक ऑर्गन, and then we give the medicine to that patient, and after 3 months of treatment we get the test done again. फिर से हम 3 महीने के बाद जब उसमें देखते हैं तो we can analyze it out कि पहले में और अब में क्या डिफरेंस आ गया। तो अगर ट्यूमर की मेटाबॉलिक एक्टिविटी रिड्यूस हो रही है, रिग्रेशन हुआ है या स्टेबलाइज हुआ है, that means the patient is responding to the therapy you are giving. So this is much more, this is according to the modern science also, this is a tool which is easily acceptable. और इसी का नतीजा है कि अभी लास्ट ईयर हमारे पास एम्स इंडिया का एक बहुत ही रेप्यूटेड हॉस्पिटल है, ऑल इंडिया इंस्टीट्यूट ऑफ मेडिकल साइंसेज, लाइक इट्स वन ऑफ द मोस्ट प्रेस्टिजियस इंस्टीट्यूट्स। तो वहाँ के जो एचओडी थे डॉक्टर जी.के. रथ, तो ही हिमसेल्फ केम टू आवर क्लिनिक एंड ही कुड अप्रिशिएट, बिकॉज सारे डॉक्यूमेंट्स उनके हिसाब से हमने क्रिएट किए हुए थे कि एक मॉडर्न डॉक्टर को, एक एलोपैथिक डॉक्टर को पढ़ने में, समझने में बड़ी आसानी होती है उस चीज से। दे कैन मेक इट आउट कि अच्छा दिस वाज द प्री ट्रीटमेंट असेसमेंट किया तो ये बीमारी आ रही थी, ट्रीटमेंट करने के 2 या 3 महीने के बाद जब हमने वापस टेस्ट कराया तो अब क्या स्टेट आ गई। तो थ्रू दैट दे वर एबल टू कंपेयर एंड दे रियली अप्रिशिएटेड दिस थिंग कि पहले में और अब में इतना सुधार है जस्ट ऑन द बेसिस ऑफ होम्योपैथी। तो इट इज मच मोर रेडिली एक्सेप्टेबल। whereas जो होम्योपैथी का एक क्लासिकल तरीका है वो कई बार ये मॉडर्न डॉक्टर्स नहीं समझ पाते, उनको ये बड़ा अजीब लगता है कि यार व्हाट काइंड ऑफ क्वेश्चंस यू आर आस्किंग और स्टफ लाइक दैट। तो वो इसीलिए कहीं ना कहीं मौखरी भी होती है, बट वो भी एक एसेंशियल पार्ट है होम्योपैथी का। तो दैट्स द दिस इज व्हाट आई कैन एक्सप्लेन। ओके डॉक्टर प्रांशु, अज दा समा अपने कोल इन्ना ही है,
ਨੈਕਸਟ ਥਰਸਡੇ ਆਪਾਂ ਸ਼ੁਰੂ ਕਰਾਂਗੇ ਹੋਮਿਓਪੈਥੀ ਮੈਡੀਸਨ ਦੇ ਬਾਰੇ ਤੇ ਤੁਹਾਡਾ ਤਜਰਬਾ ਤੇ ਮੈਡੀਸਨ ਕਿਵੇਂ ਕੰਮ ਕਰਦੀ ਹੈ। ਮੈਡੀਸਨ ਬਣਦੀ ਕਿਹਦੇ ਤੋਂ ਆ? ਐਲੋਪੈਥੀ ਦਾ ਸਾਨੂੰ ਪਤਾ ਵੀ ਸਾਲਟ ਨੇ, ਕੈਮੀਕਲਸ ਨੇ, ਉਹਨਾਂ ਨੂੰ ਫਾਰਮਾਸਿਊਟੀਕਲ ਕੰਪਨੀਆਂ ਨੇ। ਤੇ ਉਸ ਤੋਂ ਬਾਅਦ ਇਸ ਹੋਮਿਓਪੈਥੀ ਨੂੰ ਐਸਟੈਬਲਿਸ਼ ਕਿਉਂ ਨਹੀਂ ਹੋਣ ਦਿੱਤਾ ਜਾ ਰਿਹਾ ਵਰਲਡ ਦੇ ਵਿੱਚ? ਫਾਰਮਾਸਿਊਟੀਕਲ ਕੰਪਨੀਆਂ ਇਹਦੇ ਅਗੇਂਸਟ ਨੇ। ਹੋਮਿਓਪੈਥੀ ਇੱਕ ਬਹੁਤ ਸ਼ਾਨਦਾਰ ਇਲਾਜ ਪ੍ਰਣਾਲੀ ਆ, ਪਰ ਇਹ ਲੋਕਾਂ 'ਚ ਐਕਸੈਪਟ ਕਿਉਂ ਨਹੀਂ ਹੋ ਰਹੀ? ਜਿਹੜਾ ਇੱਕ ਵਾਰ ਚਲੇ ਜਾਂਦਾ ਹੈ ਉਹ ਮੁੜ ਕੇ ਜਾਂਦਾ ਫਿਰ ਹੋਮਿਓਪੈਥੀ, ਪਰ ਹੋਮਿਓਪੈਥੀ ਕਰਦੇ ਕਰਦੇ ਜੇ ਬੰਦਾ ਠੀਕ ਨਹੀਂ ਹੁੰਦਾ ਬੰਦਾ ਐਲੋਪੈਥੀ ਨੂੰ ਚਲੇ ਜਾਂਦਾ, ਮਤਲਬ ਉਹ ਸਟੈਂਡ ਨਹੀਂ ਕਰਦਾ, ਖੜਦਾ। ਸੋ ਧੰਨਵਾਦ ਤੁਹਾਡੇ ਸਮੇਂ ਲਈ, ਤੁਹਾਡੇ ਤਜਰਬੇ ਲਈ। ਨੈਕਸਟ ਵੀਕ ਆਪਾਂ ਥਰਸਡੇ ਫਿਰ ਗੱਲਬਾਤ ਕਰਾਂਗੇ। ਧੰਨਵਾਦ। ਥੈਂਕ ਯੂ ਹਰਜੀਤ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਪ੍ਰਾਂਸ਼ੂ ਭਟਨਾਗਰ ਜੀ ਗੱਲਬਾਤ ਕਰ ਰਹੇ ਸੀ ਹੋਮਿਓਪੈਥੀ ਦਾ। ਮੈਂ ਸਮਝਾਉਣ ਦੀ ਬਹੁਤ ਇੱਕ ਵਾਰ ਪਿਛਲੇ 70 ਸਾਲਾਂ ਤੋਂ ਹੋਮਿਓਪੈਥ ਕਰ ਰਹੇ ਆ ਡਾਕਟਰ ਨੇ। ਤੇ ਇਸ ਤੋਂ ਅੱਗੇ ਆਪਾਂ ਕਿਉਂਕਿ ਪਤਾ ਮੈਂ ਇਸ ਇਲਾਜ ਪ੍ਰਣਾਲੀ ਆਯੁਰਵੇਦ ਦਾ ਆਪਾਂ ਨੂੰ ਪਤਾ ਬਹੁਤ, ਆਪਾਂ ਪੜ੍ਹਿਆ ਬਹੁਤ, ਹੱਥੀਂ ਕੁੱਟ ਕਟਈਆ ਕੀਤਾ, ਸਿੱਖੇ ਹੋਏ ਕਿਹੜੀ ਹਰਬ ਕੀ ਕਰਦੀ ਹੈ, ਜੜੀਆਂ ਬੂਟੀਆਂ ਕੀ ਕਰਦੀਆਂ ਨੇ ਸਰੀਰ ਲਈ। ਉਹ ਵੀ ਹਰ ਲਈ ਨਹੀਂ ਹੈ। ਮੈਂ ਉਹ ਵੀ ਬੇਨਤੀ ਕਰਾਂ ਬੰਦਿਆਂ ਨੂੰ, ਅੱਜ ਕੱਲ੍ਹ ਮਲਾਲਾ ਸੋਨੇ ਦੀ ਭਸਮ, ਮਗਾਲਾ ਹੀਰਾ ਭਸਮ, ਮਗਾਲਾ ਰੂਪਾ ਚਾਂਦੀ ਦੀ ਭਸਮ, ਲੋਹ ਭਸਮ, ਸਿੰਗਰਫ ਲੈ ਲਾ ਤੇ ਮਿਲਾ ਕੇ ਮੂੰਹ 'ਚ ਸਿੱਟੀ ਚੱਲੋ। ਨੋ, ਉਹ ਨਹੀਂ, ਇਸ ਤਰ੍ਹਾਂ ਨਹੀਂ ਹੈ। ਤੁਹਾਡੀ ਨਬਜ਼, ਤੁਹਾਨੂੰ ਕੀ ਹੈ, ਤੁਹਾਨੂੰ ਗਰਮੀ ਹੈ, ਤੁਹਾਨੂੰ ਕਫ ਹੈ, ਤੁਹਾਨੂੰ ਕੀ ਹੈ, ਉਹਦੇ ਬਾਅਦ ਬਹੁਤ ਬਹੁਤ ਤੇਜ਼ ਉਹ ਚੀਜ਼ਾਂ ਨੇ, ਬਿਨਾਂ ਵਧੀਆ ਵੈਦ ਤੋਂ ਨਹੀਂ ਲੈਣੀਆਂ ਚਾਹੀਦੀਆਂ। ਮਤਲਬ ਐਵੇਂ ਆਪਣੀ ਚੀਜ਼ ਜਿਹੜੀ ਵੀ ਹੋਈ ਆਹ ਗੋਲੀਆਂ ਲੈ ਲਾ, ਉਹ ਲੈ ਲਾ, ਇਸ ਤਰ੍ਹਾਂ ਨਹੀਂ ਹੈ। ਸੋ ਹੋਮਿਓਪੈਥੀ ਦੀਆਂ ਅਗਲੇ ਵੀਕ ਆਪਾਂ ਇਹ ਪੁੱਛਾਂਗੇ ਵੀ ਦਵਾਈਆਂ ਕਿਵੇਂ ਬਣਦੀਆਂ ਨੇ, ਦਵਾਈਆਂ ਦਾ ਬੇਸ ਕੀ ਹੈ, ਇਹ ਹਰਬਸ ਨੇ, ਇਹ ਜੜੀਆਂ ਬੂਟੀਆਂ ਨੇ, ਕੀ ਹੈ। ਹੁਣ ਗੱਲ ਕਿਸੇ ਦਾ ਬਹੁਤ ਪਿਆਜ਼ ਦੇ ਨਾਲ ਦੁਖਣ ਲੱਗਦਾ, ਉਹ ਪਿਆਜ਼ ਦੇ ਨਾਲ ਗਲ ਜੇ ਕਿਸੇ ਦਾ ਦੁਖਦਾ, ਉਹਦੀ ਹੋਮਿਓਪੈਥੀ ਦੀ ਜਿਹੜੀ ਦਵਾਈ ਆ ਉਹ ਪਿਆਜ਼ ਦੇ ਰਸ ਦੀ ਦਵਾਈ ਹੈ। ਪਤਾ ਨਹੀਂ ਕਿਸ ਤਰ੍ਹਾਂ ਚੀਜ਼ਾਂ। ਹੁਣ ਇਹਦੇ 'ਚ ਕੋਵਿਡ ਦੇ ਵਿੱਚ ਬਹੁਤ ਬੰਦਿਆਂ ਨੇ ਕੰਮ ਕੀਤਾ, ਉਹਦੇ ਤੇ ਸੋਧਿਆ ਹੈ ਪਾਰਾ ਕੰਮ ਕਰ ਗਿਆ। ਆਰਸਨਿਕ ਐਲਬਮ ਇੱਕ ਦਵਾਈ ਆਉਂਦੀ ਹੈ ਇਹਦੀ, ਤੇ ਉਹ ਬੜਾ ਤਜਰਬਾ ਕੀਤਾ, ਬੰਦੇ ਬਹੁਤ ਠੀਕ ਹੋ ਗਏ ਉਹਨਾਂ। ਪਰ ਮੈਂ ਸਭ ਕਹਿਣਾ ਨਹੀਂ ਕਿਸ ਨੂੰ ਪਲੀਜ਼ ਲਿਓ ਨਾ ਬਿਨਾਂ ਡਾਕਟਰ ਤੋਂ, ਪਰ ਤਜਰਬੇ ਦੀ ਗੱਲ। ਇਸ ਸੀ ਅੱਜ ਦਾ ਪ੍ਰੋਗਰਾਮ। ਕੱਲ ਨੂੰ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਇੱਕ ਕਹਾਣੀ ਥੋੜੀ ਜੀ ਬਾਈ ਜੀ ਸੱਥ ਦੀਆਂ ਬਾਤਾਂ ਬਾਈ ਭਗਤਾ ਭਾਈ ਕੇ ਨਾਲ, ਉਹਦੇ ਤੇ ਗੱਲਬਾਤ ਹੋਈ। ਮੁਹੰਮਦ ਸਦੀਕ, ਰੱਬ ਰੱਖਾ।